ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਊਚ ਪਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵਤੇ ਉਦਰੇ ਸੁਣਤੇ ਉਦਰੇ, ਬਿਨ ਸੇ ਪਾਪ ਕਨੇਰੇ। ਪਸੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੇ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਪ੍ਰਗਟ ਭਈ ਸਗਲੇ ਜੁਗ ਅੰਤਰ। ਗੁਰੂ ਨਾਨਕ ਕੀ ਵਡਿਆਈ, ਸੋਭਾ ਗੁਰੂ ਨਾਨਕ ਦੀ। ਪ੍ਰਗਟ ਹਰ ਜੁਗ ਵਿੱਚ ਹੋਈ, ਸੋਭਾ ਗੁਰੂ ਨਾਨਕ ਦੀ। ਪ੍ਰਗਟ ਹਰ ਜੁਗ ਵਿੱਚ ਹੋਈ, ਸੋਭਾ ਗੁਰੂ ਨਾਨਕ ਦੀ। ਪ੍ਰਗਟ ਹਰ ਜੁਗ ਵਿੱਚ ਹੋਈ, ਸੋਭਾ ਗੁਰੂ ਨਾਨਕ ਦੀ। ਪ੍ਰਗਟ ਹਰ ਜੁਗ ਵਿੱਚ ਹੋਈ, ਸੋਭਾ ਗੁਰੂ ਨਾਨਕ ਦੀ। ਪ੍ਰਗਟ ਹਰ ਜੁਗ ਵਿੱਚ ਹੋਈ, ਸੋਭਾ ਗੁਰੂ ਨਾਨਕ ਦੀ। ਪ੍ਰਗਟ ਹਰ ਜੁਗ ਵਿੱਚ ਹੋਈ। ਸੋਭਾ ਗੁਰੂ ਨਾਨਕ ਦੀ। ਪ੍ਰਗਟ ਹਰ ਜੁਗ ਵਿੱਚ ਹੋਈ, ਸੋਭਾ ਗੁਰੂ ਨਾਨਕ ਦੀ। ਪ੍ਰਗਟ ਹਰ ਜੁਗ ਵਿੱਚ ਹੋਈ, ਸੋਭਾ ਗੁਰੂ ਨਾਨਕ ਦੀ। ਪ੍ਰਗਟ ਹਰ ਜੁਗ ਵਿੱਚ ਹੋਈ, ਸੋਭਾ ਗੁਰੂ ਨਾਨਕ ਦੀ। ਪ੍ਰਗਟ ਹਰ ਜੁਗ ਵਿੱਚ ਹੋਈ, ਸੋਭਾ ਗੁਰੂ ਨਾਨਕ ਦੀ। ਪ੍ਰਗਟ ਹਰ ਜੁਗ ਵਿੱਚ ਹੋਈ, ਸੋਭਾ ਗੁਰੂ ਨਾਨਕ ਦੀ। ਪ੍ਰਗਟ ਹਰ ਜੁਗ ਵਿੱਚ ਹੋਈ, ਪ੍ਰਗਟ ਹਰ ਜੁਗ ਵਿੱਚ ਹੋਈ। ਪ੍ਰਗਟ ਹਰ ਜੁਗ ਵਿੱਚ ਹੋਈ, ਪ੍ਰਗਟ ਹਰ ਜੁਗ ਵਿੱਚ ਹੋਈ। ਪ੍ਰਗਟ ਹਰ ਜੁਗ ਵਿੱਚ ਹੋਈ, ਪ੍ਰਗਟ ਹਰ ਜੁਗ ਵਿੱਚ ਹੋਈ। ਪ੍ਰਗਟ ਹਰ ਜੁਗ ਵਿੱਚ ਹੋਈ, ਪ੍ਰਗਟ ਹਰ ਜੁਗ ਵਿੱਚ ਹੋਈ। ਪ੍ਰਗਟ ਹਰ ਜੁਗ ਵਿੱਚ ਹੋਈ, ਪ੍ਰਗਟ ਹਰ ਜੁਗ ਵਿੱਚ ਹੋਈ। ਪ੍ਰਗਟ ਹਰ ਜੁਗ ਵਿੱਚ ਹੋਈ, ਪ੍ਰਗਟ ਹਰ ਜੁਗ ਵਿੱਚ ਹੋਈ। ਪ੍ਰਗਟ ਹਰ ਜੁਗ ਵਿੱਚ ਹੋਈ, ਪ੍ਰਗਟ ਹਰ ਜੁਗ ਵਿੱਚ ਹੋਈ। ਪ੍ਰਗਟ ਹਰ ਜੁਗ ਵਿੱਚ ਹੋਈ, ਪ੍ਰਗਟ ਹਰ ਜੁਗ ਵਿੱਚ ਹੋਈ। ਪ੍ਰਗਟ ਹਰ ਜੁਗ ਵਿੱਚ ਹੋਈ, ਪ੍ਰਗਟ ਹਰ ਜੁਗ ਵਿੱਚ ਹੋਈ।
ਪ੍ਰਗਟ ਹਰ ਜੁਗ ਵਿੱਚ ਹੋਈ, 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 ਪ੍ਰਗਟ ਹਰ ਜੁਗ ਵਿੱਚ ਹੋਈ। ਸੋਭਾ ਗੁਰੂ ਨਾਨਕ ਦੀ, ਮਹਿਮਾ ਗੁਰੂ ਨਾਨਕ ਦੀ, ਪ੍ਰਗਟ ਹਰ ਜੁਗ ਵਿੱਚ ਹੋਈ। ਸੋਭਾ ਗੁਰੂ ਨਾਨਕ ਦੀ, ਪ੍ਰਗਟ ਹਰ ਜੁਗ ਵਿੱਚ ਹੋਈ। ਸੋਭਾ ਗੁਰੂ ਨਾਨਕ ਦੀ, ਪ੍ਰਗਟ ਹਰ ਜੁਗ ਵਿੱਚ ਹੋਈ। ਸੋਭਾ ਗੁਰੂ ਨਾਨਕ ਦੀ, ਪ੍ਰਗਟ ਹਰ ਜੁਗ ਵਿੱਚ ਹੋਈ। ਸੋਭਾ ਗੁਰੂ ਨਾਨਕ ਦੀ, ਪ੍ਰਗਟ ਹਰ ਜੁਗ ਵਿੱਚ ਹੋਈ। ਮਹਿਮਾ ਗੁਰੂ ਨਾਨਕ ਦੀ, ਪ੍ਰਗਟ ਹਰ ਜੁਗ ਵਿੱਚ ਹੋਈ। ਮਿਹਰਾਂ ਵਾਲਿਆ, ਮਿਹਰ ਦੀ ਨਜ਼ਰ ਹੋਈ। ਬੱਜੇ ਜੰਗਲਾਂ ਵਿੱਚ ਰਵਾਬ ਤੇਰੀ, ਝਾੜ ਚੀਂਦਿਆਂ ਪਰਬਤਾਂ ਕੰਦਰਾਂ ਚੋਂ, ਧੁਨੀ ਗੂੰਜਦੀ ਸਤ ਕਰਤਾਰ ਤੇਰੀ। ਉੱਚੇ ਪਰਬਤਾਂ ਉੱਚੀਆਂ ਘਾਟੀਆਂ ਤੇ, ਉੱਚੇ ਪਰਬਤਾਂ ਉੱਚੀਆਂ ਘਾਟੀਆਂ ਤੇ, ਨਾਲ ਸਿੱਧਾਂ ਦੇ ਹੋਈ ਗੁਫਤਾਰ ਤੇਰੀ। ਲੈ ਕੇ ਚੜ੍ਹਦਿਓ ਲੈਂਦਿਓ ਉੱਤਰ ਦੱਖਣ, ਲੈ ਕੇ ਚੜ੍ਹਦਿਓ ਲੈਂਦਿਓ ਉੱਤਰ ਦੱਖਣ। ਉਸਤਤ ਹੋਮਦੀ ਵਿੱਚ ਸੰਸਾਰ ਤੇਰੀ, ਉਸਤਤ ਹੋਮਦੀ ਵਿੱਚ ਸੰਸਾਰ ਤੇਰੀ। ਤੇਰੀ ਸਿੱਖ ਜੁਗ ਹੋਵੇ ਸੋਭਾ, ਜੁਗ ਜੁਗ ਹੋਵੇ ਸੋਭਾ। ਧੰਨ ਗੁਰੂ ਨਾਨਕ ਜੀ, ਤੇਰੀ ਜੁਗ ਜੁਗ ਹੋਵੇ ਸੋਭਾ। ਧੰਨ ਗੁਰੂ ਨਾਨਕ ਜੀ, ਤੇਰੀ ਜੁਗ ਜੁਗ ਹੋਵੇ ਸੋਭਾ। ਧੰਨ ਗੁਰੂ ਨਾਨਕ ਜੀ, ਜੁਗ ਜੁਗ ਹੋਵੇ ਸੋਭਾ। ਧੰਨ ਗੁਰੂ ਨਾਨਕ ਜੀ, ਤੇਰੀ ਜੁਗ ਜੁਗ ਹੋਵੇ ਸੋਭਾ। ਧੰਨ ਗੁਰੂ ਨਾਨਕ ਜੀ, ਤੇਰੀ ਜੁਗ ਜੁਗ ਹੋਵੇ ਸੋਭਾ। ਧੰਨ ਗੁਰੂ ਨਾਨਕ ਜੀ, ਤੇਰੀ ਜੁਗ ਜੁਗ ਹੋਵੇ ਸੋਭਾ। ਧੰਨ ਗੁਰੂ ਨਾਨਕ ਜੀ, ਤੇਰੀ ਜੁਗ ਜੁਗ ਹੋਵੇ ਸੋਭਾ। ਧੰਨ ਗੁਰੂ ਨਾਨਕ
जुग जुग शोभा होवे जी। तेरी जुग जुग शोभा हो, तेरी जुग जुग शोभा होई जपो। ओ तेरी जुग जुग शोभा होई, ओ तेरी जुग जुग शोभा होई, ओ तेरी जुग जुग शोभा होई, तेरी जुग जुग शोभा होई। तेरी जुग जुग होवे शोभा, तेरी जुग जुग होवे शोभा। धन गुरु नानक जी तेरी जुग जुग होवे शोभा। धन गुरु नानक जी धन गुरु नानक जी जुग जुग होवे शोभा। धन गुरु नानक जी तेरी जुग जुग होवे शोभा। धन गुरु नानक जी तेरी जुग जुग होवे शोभा। धन गुरु नानक जी। सुनिया अरदास सुआमी मेरे सर्व कला बन आई। प्रगट पई सगले जुग अंतर गुरु नानक की वड्याई। प्रगट पई सगले जुग अंतर। मेहरां वालिया मेहर दी नदर होई। ਵੱਜੇ ਜੰਗਲਾਂ ਵਿੱਚ ਰਬਾਬ ਤੇਰੀ। ਝਾੜ ਝੀਂਬਿਆਂ ਪਰਬਤਾਂ ਕੰਦਰਾਂ ਚੋਂ ਧੁਨੀ ਗੂੰਜਦੀ ਸਤ ਕਰਤਾਰ ਤੇਰੀ। ਉੱਚੇ ਪਰਬਤਾਂ ਉੱਚੀਆਂ ਘਾਟੀਆਂ ਤੇ ਨਾਲ ਸਿੱਧਾਂ ਦੇ ਹੋਈ ਗੁਫਤਾਰ ਤੇਰੀ। ਲੈ ਕੇ ਚੜ੍ਹਦਿਓ ਲੈਂਦਿਓ ਉੱਤਰ ਦੱਖਣ ਉਸਤਤ ਹੋਮਦੀ ਵਿੱਚ ਸੰਸਾਰ ਤੇਰੀ। परम सत्कारयोग सतगुरु जी दे प्यार विच जुड़ बैठी गुरु प्यारी साध संगत जी, सारे रसना पवित्र करो, कोई भी रसना वांझी ना रहे। सारे गज वज के आखो जी वाहेगुरु जी का खालसा वाहेगुरु जी की फतेह। भाग सवलड़े ने जो महापुरख बाबा प्रताप सिंह जियां दे उदम उपराले सदका आप समूह संगतां दे सहयोग नाल गुरुद्वारा नानकसर ठाठ बाजपुर गजरोला विखे हर साल की तरह धन साहिब श्री गुरु नानक देव महाराज जियां दे प्रकाश दिहाड़े नूं समर्पित रहन सवाई कीर्तन दरबार दीआं हाजरियां भर रहे हां। एदकी सतगुरु जी दा 551वां प्रकाश दिहाड़ा। इत्थे नहीं थां पर थां संगतां बड़ी शरधा और भावना दे नाल मना रहीआं ने। मनाउणा भी चाहीदा है। मन चाओ पाया प्रभ आगम सुनिया। वो गुरसिख ही कहदा है जिन्हों भाई अपने सतगुरु जी दे आउण दा चाई ना होवे। आखो सतनाम।
ਆਪਾਂ ਬੜੇ ਤਰ੍ਹਾਂ ਦੇ ਚਾਅ ਕਰਦੇ ਆਂ, ਪਰ ਉਹ ਜਿਹੜੇ ਚਾਅ ਉਹ ਕੁਝ ਸਮੇਂ ਲਈ ਹੈ, ਉਹ ਚਾਅ ਅਧੂਰੇ ਆ। ਪਰ ਇਹ ਜਿਹੜਾ ਚਾਅ ਹੈ, ਇਹ ਸੱਚਾ ਚਾਅ ਹੈ ਭਾਈ। ਮਨ ਚਾਓ ਪਿਆ, ਜਿਨ੍ਹਾਂ ਦੇ ਮਨ ਵਿੱਚ ਚਾਅ ਬਣਿਆ ਹੈ, ਪ੍ਰਭ ਆਗਮ ਸੁਣਿਆ ਗੁਰੂ ਜੀ ਦੇ ਆਉਣ ਦਾ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਉਹ ਫਿਰ ਗੁਰੂ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਮਿਲ ਕੇ ਮੰਗਲ ਗਾਉਂਦੇ ਆ, ਗੁਰਬਾਣੀ ਪੜ੍ਹਦੇ ਆ, ਗੁਰਬਾਣੀ ਸੁਣਦੇ ਆ, ਸੇਵਾ ਕਰਦੇ ਆ, ਸਿਮਰਨ ਕਰਦੇ ਆ। ਹੁਣ ਕਾਫੀ ਦਿਨਾਂ ਤੋਂ ਗੁਰੂ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਪਿੰਡਾਂ ਵਿੱਚ, ਨਗਰਾਂ ਵਿੱਚ, ਸ਼ਹਿਰਾਂ ਵਿੱਚ ਪ੍ਰਭਾਤ ਫੇਰੀਆਂ ਵੀ ਚੱਲ ਰਹੀਆਂ ਨੇ। ਜਿਨ੍ਹਾਂ ਦੇ ਮਨ ਵਿੱਚ ਚਾਹ ਹੈ ਭਾਈ, ਉਹ ਫਿਰ ਭਾਵਨਾ ਨਾਲ, ਪਿਆਰ ਨਾਲ ਹਾਜ਼ਰੀਆਂ ਭਰਦੇ ਆ। ਸਾਡੇ ਤੇ ਵੀ ਕਿਰਪਾ ਕੀਤੀ ਹੈ ਗੁਰੂ ਸਾਹਿਬ ਜੀ ਨੇ, ਜੋ ਇਸ ਪਾਵਨ ਦਿਹਾੜੇ ਤੇ ਗੁਰੂ ਚਰਨਾਂ ਵਿੱਚ ਜੁੜ ਬੈਠੇ ਹਾਂ। ਮਾਲਕ ਦੇ ਗੁਣ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਾਡੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ ਆਪ ਜੀ ਦੇ ਨਾਲ ਅਮੋਲਕ ਬਚਨਾਂ ਦੀ ਸਾਂਝ ਪਾ ਰਹੇ ਸਨ। ਗੁਰੂ ਨਾਨਕ ਸਾਹਿਬ ਜੀਆਂ ਦੇ ਜਿੱਥੇ ਪਾਵਨ ਇਤਿਹਾਸ ਦੇ ਨਾਲ, ਉੱਥੇ ਉਹਨਾਂ ਨੇ ਉਹਨਾਂ ਦੇ ਪਾਵਨ ਉਪਦੇਸ਼ ਨਾਲ ਵੀ ਜੋੜਿਆ। ਗੁਰੂ ਸਾਹਿਬ ਜੀ ਦਾ ਉਪਦੇਸ਼ ਕੋਈ ਇੱਕ ਵਾਸਤੇ ਨਹੀਂ ਸੀ, ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਸੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਸਾਂਝੇ ਰਹਿਬਰ ਆਏ ਸਨ, ਸਭ ਨੂੰ ਤਾਰਿਆ ਜਹਾਨ, ਲਹਿਆ ਅਬਮਾਨ। ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧਨ ਕਹਿਆ, ਤਿਨ ਜਮ ਨੇੜ ਨਾ ਆਇਆ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨਾ ਭਰਿਆ ਰੇ। ਕਹਿੰਦੇ ਨੇ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਦੇ ਭਲੇ ਲਈ ਉਦਾਸੀਆਂ ਕਰਦੇ ਫਿਰਦੇ ਆ, ਕਾਫੀ ਸਾਲਾਂ ਬਾਅਦ ਇੱਕ ਉਦਾਸੀ ਪੂਰੀ ਕਰਕੇ ਵਾਪਸ ਤਲਵੰਡੀ ਪਰਤੇ। ਕੁਝ ਦਿਨ ਘਰ ਰੁਕੇ ਤੇ ਦੁਬਾਰਾ ਫਿਰ ਜਾਣ ਦੀ ਤਿਆਰੀ ਕਰ ਲਈ। ਜਦੋਂ ਘਰੋਂ ਤੁਰਨ ਲੱਗੇ ਨਾ, ਤੇ ਬੇਬੇ ਨਾਨਕੀ ਜੀ ਗੁਰੂ ਸਾਹਿਬ ਜੀ ਦੇ ਦੋਵੇਂ ਸੁਪੁੱਤਰ ਬਾਬਾ ਲਖਮੀ ਦਾਸ ਜੀ ਤੇ ਬਾਬਾ ਸ੍ਰੀ ਚੰਦ ਜੀ, ਉਹਨਾਂ ਨੂੰ ਨਾਲ ਲਿਆ, ਕੋਲ ਲੈ ਕੇ ਆ ਗਿਆ। ਕਹਿਣ ਲੱਗੇ, ਵੀਰ ਜੀ ਤੁਸੀਂ ਪਹਿਲਾਂ ਹੀ ਬੜੇ ਲੰਮੇ ਸਮੇਂ ਬਾਅਦ ਘਰ ਵਾਪਸ ਪਰਤੇ, ਫਿਰ ਜਾਣ ਦੀਆਂ ਤਿਆਰੀਆਂ ਕਰਦੀਆਂ, ਕੋਈ ਪਤਾ ਨਹੀਂ ਕਦੋਂ ਵਾਪਸ ਆਉਂ। ਤੁਹਾਨੂੰ ਪਰਿਵਾਰ ਦਾ, ਪਰਿਵਾਰ ਦੇ ਜੀਆਂ ਦਾ, ਆਪਣੇ ਬੱਚਿਆਂ ਦਾ ਮੋਹ ਨਹੀਂ ਆਉਂਦਾ? ਇਹਨਾਂ ਵੱਲੀ ਨਜ਼ਰ ਤੇ ਮਾਰੋ। ਤੁਹਾਨੂੰ ਆਪਣੇ ਪਰਿਵਾਰ ਦਾ, ਪਰਿਵਾਰ ਦੇ ਜੀਆਂ ਦਾ, ਆਪਣੇ ਬੱਚਿਆਂ ਦਾ ਮੋਹ ਨਹੀਂ ਆਉਂਦਾ ਹੈ? ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮੋਹ ਆਉਂਦਾ ਹੈ, ਪਰ ਇਹਨਾਂ ਨਾਲੋਂ ਜ਼ਿਆਦਾ ਸੰਸਾਰ ਦਾ ਹੁੰਦਾ। ਸਾਰੇ ਹੀ ਮੇਰੇ ਧੀਆਂ ਪੁੱਤਰ ਨੇ। ਉਸ ਨਿਰੰਕਾਰ ਨੇ ਡਿਊਟੀ ਹੀ ਸੰਸਾਰ ਦੇ ਭਲੇ ਲਈ ਲਾ ਕੇ ਭੇਜੀ ਹੈ। ਤੇ ਜੇ ਮੈਂ ਇਹਨਾਂ ਦਾ ਮੋਹ ਕਰਨ ਲੱਗਿਆ, ਜਿਹੜੀ ਡਿਊਟੀ ਪਰਮੇਸ਼ਰ ਨੇ ਲਾ ਕੇ ਭੇਜੀ ਹੈ, ਫਿਰ ਉਹ ਡਿਊਟੀ ਕੌਣ ਕਰੂਗਾ? ਉਹ ਡਿਊਟੀ ਕਿਵੇਂ ਪੂਰੀ ਹੋਏਗੀ? ਕਹਿੰਦੇ, ਬੇਬੇ ਨਾਨਕੀ
ਇੱਕ ਥਾਂ ਨਹੀਂ, ਬੜੀਆਂ ਥਾਵਾਂ ਤੇ ਜਾਣਾ। ਇੱਕ ਆਪ ਨੂੰ ਸਦਾਉਂਦਾ ਉਹ ਸੱਜਣ ਹੈ। ਕਹਿੰਦੇ ਤੁਰਨ ਤੋਂ ਪਹਿਲਾਂ ਹੀ ਮਹਾਰਾਜ ਜੀਆਂ ਨੇ ਇਹ ਬਚਨ ਕੀਤੇ, ਇੱਕ ਆਪ ਨੂੰ ਸਦਾਉਂਦਾ ਉਹ ਸੱਜਣ ਹੈ, ਖੂਨ ਦੁਨੀਆ ਦਾ ਪੀ ਪੀ ਨਾ ਰੱਜਣਾ। ਕਹਿੰਦੇ ਸਦਾਉਂਦਾ ਤੇ ਆਪਦੇ ਆਪ ਨੂੰ ਉਹ ਸੱਜਣ ਹੈ, ਪਰ ਦੁਨੀਆ ਦਾ ਖੂਨ ਪੀ ਪੀ ਕੇ ਰੱਜਦਾ ਹੀ ਨਹੀਂ। ਉਹਦਾ ਵੀ ਜਾ ਕੇ ਭਲਾ ਕਰਨਾ, ਉਹਨੂੰ ਵੀ ਸਿੱਧੇ ਰਾਹ ਤੇ ਪਾਉਣਾ। ਸਾਨੂੰ ਦੇਖ ਕੇ ਮੈਦਾਨੋਂ ਉਹਨੇ ਭੱਜਣਾ ਹੈ। ਕਹਿੰਦੇ ਜਦੋਂ ਅਸੀਂ ਗਏ ਉਹਨੇ ਭੱਜ ਜਾਣਾ। ਉਹਦੀ ਹੋਮੇ, ਉਹਦਾ ਹੰਕਾਰ ਉਹ ਟੁੱਟਣਾ ਹੈ, ਤੇ ਉਹਨਾਂ ਚਿਰ ਉਹ ਸਿੱਧੇ ਰਸਤੇ ਪੈ ਨਹੀਂ ਸਕਦਾ ਜਿੰਨਾ ਚਿਰ ਜਾ ਕੇ ਉਹਨੂੰ ਮਿਲਦੇ ਨੇ। ਜੇ ਘਰ-ਬਾਰ ਛੱਡਾਂਗੇ, ਘਰ ਦਾ ਮੋਹ, ਪਰਿਵਾਰ ਦਾ ਮੋਹ, ਬੱਚਿਆਂ ਦਾ ਮੋਹ ਘਟਾਵਾਂਗੇ ਤਾਂ ਹੀ ਜਾ ਕੇ ਮਿਲਾਂਗੇ ਨਾ। ਜੇ ਇਹਨਾਂ ਦੇ ਮੋਹ ਵਿੱਚ ਫਸਿਆ ਰਿਹਾ ਫਿਰ ਉਹਦਾ ਭਲਾ ਕੌਣ ਕਰੂਗਾ। ਇੱਕ ਆਪ ਨੂੰ ਸਦਾਉਂਦਾ ਉਹ ਸੱਜਣ ਹੈ, ਖੂਨ ਦੁਨੀਆ ਦਾ ਪੀ ਪੀ ਨਾ ਰੱਜਣਾ। ਸਾਨੂੰ ਦੇਖ ਕੇ ਮੈਦਾਨੋਂ ਉਹਨੇ ਭੱਜਣਾ। ਕਹਿੰਦੇ ਇੱਕ ਚੜਿਆ ਬੈਠਾ ਜ਼ਾਲਮ ਪਹਾੜ ਤੇ, ਉਸ ਜ਼ਾਲਮ ਨੇ ਕਈ ਲੋਕ ਦਾੜਤੇ। ਕਹਿੰਦੇ ਇੱਕ ਬਲੀ ਕੰਧਾਰੀ ਵੀ ਹੈ, ਪਹਾੜ ਤੇ ਚੜਿਆ ਬੈਠਾ, ਕਬਜ਼ਾ ਕੀਤਾ ਹੋਇਆ ਕਹਿੰਦੇ ਉਹਨੇ ਪਾਣੀ ਦੇ ਚਸ਼ਮੇ ਤੇ। ਜਿਹੜਾ ਉਹਨੂੰ ਮੰਨਦਾ, ਉਹਨੂੰ ਪੂਜਦਾ, ਉਹਨੂੰ ਤੇ ਪਾਣੀ ਦਿੰਦਾ। ਜਿਹੜਾ ਉਹਨੂੰ ਨਹੀਂ ਮੰਨਦਾ ਕਹਿੰਦੇ ਉਹਨੂੰ ਪਹਾੜ ਤੇ ਹੀ ਦਰੜ ਕੇ ਮਾਰ ਦਿੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਜੇ ਜਾਵਾਂਗੇ ਹੀ ਨਹੀਂ ਤੇ ਉਹਨਾਂ ਦਾ ਭਲਾ ਕਿਵੇਂ ਹੋਏਗਾ? ਜਿਹੜੇ ਲੋਕ ਦੁਖੀ ਨੇ ਉਹਨਾਂ ਤੋਂ, ਉਹਨਾਂ ਰੂਹਾਂ ਦਾ ਭਲਾ ਕਿਵੇਂ ਹੋਏਗਾ? ਹਰ ਥਾਂ ਹੀ ਪੁਕਾਰਾਂ ਹੋ ਰਹੀਆਂ ਨੇ, ਤੇ ਪੁਕਾਰਾਂ ਸੁਣ ਕੇ ਸਾਨੂੰ ਜਾਣਾ ਪੈਣਾ। ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ, ਜੈ ਤੇ ਭਏ ਸਹਾਈ। ਕਹਿੰਦੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਰਦੇ ਸੰਸਾਰ ਨੂੰ ਕਿੱਥੇ ਪਹੁੰਚੇ। ਮੱਧ ਪ੍ਰਦੇਸ਼ ਦੀ ਧਰਤੀ ਹੈ ਤੇ ਜੱਬਲਪੁਰ ਨਗਰ ਹੈ। ਉੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੋਇਆ, ਗੁਰਦੁਆਰਾ ਮੜਾ ਤਾਲ। ਮੜਾ ਤਾਲ ਮੜਾ ਇਸ ਕਰਕੇ ਕਹਿੰਦੇ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਉੱਥੇ ਜਾ ਕੇ ਬੈਠੇ, ਜਿਸ ਜਗ੍ਹਾ ਤੇ ਬੈਠੇ ਉੱਥੇ ਮੜੀਆਂ ਸੀ। ਤਾਲ ਇਸ ਕਰਕੇ ਮੜੀਆਂ ਦੇ ਨੇੜੇ ਇੱਕ ਤਲਾਬ ਸੀ, ਟੋਭਾ ਸੀ। ਉੱਥੇ ਗੁਰੂ ਨਾਨਕ ਸਾਹਿਬ ਜੀ ਜਾ ਕੇ ਬੈਠ ਕੇ, ਭਾਈ ਮਰਦਾਨਿਆਂ ਇਹ ਜਗ੍ਹਾ ਸੁਹਾਵਣੀ ਹੈ। ਧੰਨ ਸੀ ਉਹ ਥਾਵਾਂ ਜਿੱਥੇ ਗੁਰੂ ਨਾਨਕ ਸਾਹਿਬ ਜੀਆਂ ਨੇ ਆਪਣੇ ਮੁਬਾਰਕ ਚਰਨ ਪਾਏ, ਜਿੱਥੇ ਆਪਣਾ ਮੁਬਾਰਕ ਚੌਂਕੜਾ ਲਾ ਕੇ ਸਤਿਗੁਰੂ ਜੀ ਬੈਠ ਗਏ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ ਲੈ, ਧੂੜ ਮੁਖ ਲਾਵਾਂ ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾਂ। ਜਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਸੇ ਜੰਤ ਭਏ ਹਰਿਆਵਲੀ, ਜਿਨ੍ਹੀਂ ਮੇਰਾ ਸਤਿਗੁਰ ਦੇਖਿਆ ਜਾਏ। ਉਹ ਥਾਂ ਧੰਨ, ਜਿਸ ਥਾਂ ਤੇ ਗੁਰੂ ਸਾਹਿਬ ਜੀ ਨੇ ਆਪਣਾ ਮੁਬਾਰਕ ਚੌਂਕੜਾ ਲਾਇਆ। ਉਹ ਅੱਖਾਂ ਧੰਨ, ਜਿਨ੍ਹਾਂ ਅੱਖਾਂ ਨੇ ਗੁਰੂ ਨਾਨਕ ਸਾਹਿਬ ਜੀਆਂ ਦੇ ਦੀਦਾਰ ਕੀਤੇ। ਉਹ ਕੰਨ ਧੰਨ, ਜਿਨ੍ਹਾਂ ਕੰਨਾਂ ਨੇ ਗੁਰੂ ਨਾਨਕ ਸਾਹਿਬ ਜੀਆਂ ਦੇ ਬੋਲ ਬਚਨ ਸੁਣੇ। ਉਹ ਰਸਨਾ ਧੰਨ, ਜਿਸ ਰਸਨਾ ਨੇ ਗੁਰੂ ਨਾਨਕ ਸਾਹਿਬ ਜੀਆਂ ਦੀ ਸਿਫਤ ਕੀਤੀ, ਵਡਿਆਈ ਕੀਤੀ।
ਜਿੱਥੇ ਸਭ ਧਨ ਉੱਥੇ ਉਹ ਰਾਹਾਂ ਵੀ ਧਨ, ਜਿਨ੍ਹਾਂ ਰਾਹਾਂ ਤੋਂ ਮੇਰੇ ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਭਲੇ ਲਈ ਸਾਧ ਸੰਗਤ ਜੀ ਤੁਰ ਕੇ ਲੰਘੇ ਹੋਣਗੇ। ਆਖੋ ਸਤਿਨਾਮ। ਉਹ ਰਾਹਾਂ ਵੀ ਧਨ ਨੇ। ਪਿਆਰ ਵਾਲੇ ਪੜਿਆ ਕਰਦੇ ਆ, ਬਲਿਹਾਰ ਉਹਨਾਂ ਰਾਹਾਂ ਤੋਂ, ਬਲਿਹਾਰ ਉਹਨਾਂ ਰਾਹਾਂ ਤੋਂ, ਬਲਿਹਾਰ ਉਹਨਾਂ ਰਾਹਾਂ ਤੋਂ, ਬਲਿਹਾਰ ਬਲਿਹਾਰ ਉਹਨਾਂ ਰਾਹਾਂ ਤੋਂ, 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 ਬਲਿਹਾਰ ਉਹਨਾਂ ਰਾਹਾਂ। ਜਿਹੜੇ ਰਾਹੇ ਸਤਿਗੁਰ ਆਏ, ਰਾਹੇ ਸਤਿਗੁਰ ਆਏ ਜੀ, ਬਲਿਹਾਰੇ ਉਹਨਾਂ ਰਾਹਾਂ ਤੋਂ, ਬਲਿਹਾਰੇ ਉਹਨਾਂ ਰਾਹਾਂ ਤੋਂ, ਜਿਹੜੇ ਰਾਹੇ ਸਤਿਗੁਰ ਆਏ, ਬਲਿਹਾਰ ਉਹਨਾਂ ਰਾਹਾਂ ਤੋਂ, ਬਲਿਹਾਰ ਉਹਨਾਂ ਰਾਹਾਂ ਤੋਂ, ਜਿਹੜੇ ਰਾਹੇ ਸਤਿਗੁਰ ਆਏ, ਬਲਿਹਾਰ ਉਹਨਾਂ ਰਾਹਾਂ ਤੋਂ, ਬਲਿਹਾਰ ਉਹਨਾਂ ਰਾਹਾਂ ਤੋਂ, ਬਲਿਹਾਰ ਉਹਨਾਂ ਥਾਵਾਂ ਤੋਂ, ਬਲਿਹਾਰ ਉਹਨਾਂ ਥਾਵਾਂ ਤੋਂ, ਬਲਿਹਾਰ ਉਹਨਾਂ ਥਾਵਾਂ ਤੋਂ, ਬਲਿਹਾਰ ਉਹਨਾਂ ਥਾਵਾਂ ਤੋਂ, ਜਿੱਥੇ ਸਤਿਗੁਰ ਆਸਣ ਲਾਏ ਜੀ, ਸਤਿਗੁਰ ਆਸਣ ਲਾਏ ਜੀ, ਬਲਿਹਾਰ ਉਹਨਾਂ ਥਾਵਾਂ ਤੋਂ, ਬਲਿਹਾਰ ਉਹਨਾਂ ਥਾਵਾਂ ਤੋਂ, ਜਿੱਥੇ ਸਤਿਗੁਰ ਆਸਣ ਲਾਏ, ਬਲਿਹਾਰ ਉਹਨਾਂ ਰਾਹਾਂ ਤੋਂ, ਬਲਿਹਾਰ ਉਹਨਾਂ ਰਾਹਾਂ ਤੋਂ, ਜਿੱਥੇ ਸਤਿਗੁਰ ਆਸਣ ਲਾਏ, ਬਲਿਹਾਰ ਉਹਨਾਂ ਥਾਵਾਂ ਤੋਂ, ਬਲਿਹਾਰ ਉਹਨਾਂ ਥਾਵਾਂ ਤੋਂ, ਬਲਿਹਾਰ ਉਹਨਾਂ ਰਾਹਾਂ ਤੋਂ, ਬਲਿਹਾਰ ਉਹਨਾਂ ਰਾਹਾਂ ਤੋਂ, ਬਲਿਹਾਰ ਉਹਨਾਂ ਥਾਵਾਂ ਤੋਂ, ਬਲਿਹਾਰ ਉਹਨਾਂ ਥਾਵਾਂ ਤੋਂ। ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਤੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇ ਕੇ ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਉਹ ਧਰਤੀ ਧਨ ਹੈ, ਉਹ ਥਾਂ ਧਨ ਹੈ, ਜਿੱਥੇ ਗੁਰੂ ਸਾਹਿਬ ਜੀ ਨੇ ਆਪਣਾ ਮੁਬਾਰਕ ਆਸਣ ਲਾ ਲਿਆ। ਭਾਈ ਮਰਦਾਨਿਆ, ਇਹ ਜਗ੍ਹਾ ਸੁਹਾਵਣੀ ਹੈ, ਕਿਉਂ ਨਾ ਇੱਥੇ ਬੈਠ ਕੇ ਆਪਾਂ ਮਾਲਕ ਦੀ ਕੀਰਤੀ ਕਰੀਏ। ਭਾਈ ਮਰਦਾਨਾ ਜੀ ਕਹਿੰਦੇ, ਸੱਚੇ ਪਾਤਸ਼ਾਹ ਜਿਵੇਂ ਆਪ ਜੀ ਦਾ ਹੁਕਮ ਹੋਵੇ, ਕਹਿੰਦੇ ਛੇੜ ਫਿਰ ਰਵਾਬ। ਮਹਾਰਾਜ ਬਹਿ ਗਏ ਚੌਂਕੜਾ ਮਾਰ ਕੇ, ਨੇਤਰ ਮੁੰਦ ਲਏ। ਭਾਈ ਬਾਲਾ ਜੀ ਚੌਰ ਸਭ ਕਰ ਰਹੇ ਨੇ ਤੇ ਭਾਈ ਮਰਦਾਨਾ ਜੀ ਰਵਾਬ ਵਜਾ ਰਹੇ ਨੇ। ਸਤਿਗੁਰ ਜੀ ਦੀ ਕੀਰਤੀ ਕਰਦਿਆਂ, ਮਾਲਕ ਦੇ ਗੁਣ ਗਾਉਂਦਿਆਂ ਐਸੀ ਸਮਾਧੀ ਲੱਗੀ, ਕਹਿੰਦੇ ਕੀਰਤਨ ਕਰਦਿਆਂ ਕਰਦਿਆਂ ਇੱਕ ਦਿਨ ਬੀਤ ਗਿਆ। ਮਹਾਰਾਜ ਜੀ ਦੀ ਸਮਾਧੀ ਖੁੱਲੀ ਨਹੀਂ। ਫਿਰ ਰਾਤ ਬੀਤ ਗਈ, ਦੂਸਰਾ ਦਿਨ ਬੀਤ ਗਿਆ, ਦੂਸਰੀ ਰਾਤ ਬੀਤ ਗਈ, ਕਹਿੰਦੇ ਤੀਸਰਾ ਦਿਨ ਚੜ ਗਿਆ। ਆਖੋ ਸਤਿਨਾਮ। ਤੀਸਰਾ ਦਿਨ
ਜਦੋਂ ਤੀਸਰਾ ਦਿਨ ਚੜ੍ਹਿਆ, ਮਹਾਰਾਜ ਨੇ ਤੇ ਅੱਖਾਂ ਖੁੱਲੀਆਂ ਹੀ ਨਹੀਂ। ਭਾਈ ਬਾਲਾ ਜੀ ਪਿਆਰ ਵਿੱਚ ਬੈਠੇ ਚੌਰ ਸਭ ਕਰ ਰਹੇ ਨੇ ਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ। ਹੁਣ 3 ਦਿਨ ਹੋ ਗਏ, ਕੀਰਤਨ ਕਰੀ ਜਾਂਦੇ ਆ, ਮਾਲਕ ਦੀ ਕੀਰਤੀ ਕਰੀ ਜਾਂਦੇ ਆ। ਕੁਝ ਖਾਦਾ ਨਹੀਂ ਹੈ, ਕੁਝ ਪੀਤਾ ਨਹੀਂ ਹੈ। ਉਦਾਂ ਵੀ ਨਗਰ ਤੋਂ ਬਾਹਰ-ਬਾਹਰ ਮੜੀਆਂ 'ਚ ਬੈਠੇ। ਭਾਈ ਮਰਦਾਨਾ ਜੀ ਨੂੰ ਸਾਧ ਸੰਗਤ ਭੁੱਖ ਨੇ ਸਤਾਉਣਾ ਸ਼ੁਰੂ ਕਰ ਦਿੱਤਾ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਾਂ ਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਭਾਈ ਮਰਦਾਨਾ ਜੀ ਦਾ ਜ਼ਿਕਰ ਕਰ ਰਹੇ ਸੀ ਭਾਈ ਹਰਪਾਲ ਜੀ ਕਿ 47 ਸਾਲ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਜੀਆਂ ਦੇ ਨਾਲ ਰਬਾਬ ਵਜਾਈ। 4 ਉਦਾਸੀਆਂ ਗੁਰੂ ਸਾਹਿਬ ਜੀ ਦੇ ਨਾਲ ਕੀਤੀਆਂ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਦੇ ਨਾਲ ਇੰਨਾ ਪਿਆਰ ਕਰਦੇ ਸੀ, ਇੰਨਾ ਪਿਆਰ ਕਰਦੇ ਸੀ, ਜਦੋਂ ਭਾਈ ਮਰਦਾਨਾ ਜੀ ਸਰੀਰ ਤਿਆਗ ਕੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉਦਾਸੀਆਂ ਨਹੀਂ ਕੀਤੀਆਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਿਆਰ ਹੀ ਇੰਨਾ ਸੀ। ਵੈਸੇ ਤੇ ਭਾਈ ਮਰਦਾਨਾ ਜੀ 7 ਬਚਨ ਦੇ ਅਧਿਕਾਰੀ ਸੀ। ਮਨ ਨੀਵਾਂ, ਮਤ ਉੱਚੀ ਰੱਖਦੇ ਸੀ। ਭਾਈ ਬਾਲਾ ਜੀ ਕੋਮਲ ਦੋਹਾਂ ਜਿੰਦਾਂ ਉਤੋਂ ਤੂੰ ਕਿਉਂ ਸੱਜ ਕੇ ਨਾ ਜੀਵੇਂ। ਮਤ ਦੋਹਾਂ ਦੀ ਸੀ ਉੱਚੀ, ਮਨ ਦੋਹਾਂ ਦੇ ਸੀ ਨੀਵੇਂ। ਰਜਾ ਵਿੱਚ ਰਹਿਣ ਵਾਲੇ ਸੀ, ਭਾਣੇ ਵਿੱਚ ਰਹਿਣ ਵਾਲੇ ਸੀ। ਪਰ ਜਦੋਂ ਗੁਰੂ ਨਾਨਕ ਸਾਹਿਬ ਜੀਆਂ ਨੇ ਕਿਸੇ ਦਾ ਭਲਾ ਕਰਨਾ ਹੁੰਦਾ ਸੀ ਨਾ ਤੇ ਜਰੀਆ ਭਾਈ ਮਰਦਾਨੇ ਜੀ ਨੂੰ ਬਣਾਉਂਦੇ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਵੀ ਕਿਸੇ ਦਾ ਭਲਾ ਕਰਦੇ ਸੀ ਨਾ ਉਦੋਂ ਜਰੀਆ ਭਾਈ ਮਰਦਾਨਾ ਜੀ ਨੂੰ ਬਣਾਉਂਦੇ ਸੀ। ਚਾਹੇ ਮਰਦਾਨਾ ਜੀ ਨੇ ਕਹਿਣਾ ਭੁੱਖ ਲੱਗੀ ਹੈ, ਜਾਂ ਕਹਿਣਾ ਪਿਆਸ ਲੱਗੀ ਹੈ, ਜਾਂ ਕਹਿਣਾ ਮਹਾਰਾਜ ਮੈਂ ਤੇ ਮੇਲਾ ਵੇਖਣ ਜਾਣਾ, ਸ਼ਹਿਰ ਵੇਖਣ ਜਾਣਾ। ਇਦਾਂ ਦਾ ਇਤਿਹਾਸ ਆਪਾਂ ਪੜ੍ਹਦੇ ਹਾਂ। ਜਦੋਂ ਸਾਲ ਸਰਾਏ ਨੂੰ ਜੋੜਿਆ, ਉਹਦਾ ਭਲਾ ਕੀਤਾ, ਮਹਾਰਾਜ ਮੈਂ ਸ਼ਹਿਰ ਦੇ ਦਰਸ਼ਨ ਕਰਦੇ ਆ। ਭਾਈ ਮਰਦਾਨਾ ਜੀ ਭੁੱਖ ਨੇ ਸਤਾਉਣਾ ਸ਼ੁਰੂ ਕੀਤਾ। ਜਦੋਂ ਭੁੱਖ ਨੇ ਸਤਾਉਣਾ ਸ਼ੁਰੂ ਕੀਤਾ, ਨਾ ਕੋਈ ਆਇਆ, ਨਾ ਕਿਸੇ ਨੇ ਸਾਧ ਸੰਗਤ ਪੁੱਛਿਆ, ਨੇੜੇ ਨਗਰ ਨਹੀਂ ਦਿਖਦਾ ਹੈ, ਤੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਬੰਦ ਕਰ ਦਿੱਤੀ। ਜਦੋਂ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਬੰਦ ਕੀਤੀ, ਗੁਰੂ ਨਾਨਕ ਸਾਹਿਬ ਜੀਆਂ ਨੇ ਨੇਤਰ ਖੋਲੇ। ਭਾਈ ਮਰਦਾਨਿਆ ਕੀ ਗੱਲ ਹੋਈ, ਤੂੰ ਰਬਾਬ ਕਿਉਂ ਵਜਾਉਣੀ ਬੰਦ ਕਰ ਦਿੱਤੀ? ਕਹਿੰਦੇ ਸੱਚੇ ਪਾਤਸ਼ਾਹ 3 ਦਿਨ ਹੋ ਗਏ ਇੱਥੇ ਬੈਠਿਆਂ ਨੂੰ, ਭੁੱਖੇ ਧਿਆਏ ਕੀਰਤਨ ਕਰੀ ਜਾਂਦੇ ਆ, ਹੁਣ ਨਹੀਂ ਮੇਰੇ ਤੋਂ ਰਬਾਬ ਵਜਾਈ ਜਾਂਦੀ। ਆ ਚੱਕੋ ਆਪਣੀ ਰਬਾਬ, ਮੈਂ ਨਹੀਂ ਵਜਾਉਣੀ, ਮੈਂ ਨਹੀਂ ਭੁੱਖ ਕੱਟ ਸਕਦਾ। ਜਿਵੇਂ ਆਪਾਂ ਪੜ੍ਹਦੇ ਆਂ, ਆਰਤੀ ਕਰਦੇ ਆਂ, ਭੁੱਖੇ ਭਗਤ ਨਾ ਕੀਜੈ ਜਮਾਲਾ ਆਪਣੀ, ਮੇਰੇ ਤੋਂ ਨਹੀਂ ਲੈ ਰਬਾਬ ਹੁਣ ਵਜਾਈ ਜਾਂਦੀ। ਭਾਈ ਮਰਦਾਨੇ ਨੂੰ ਸਤਿਗੁਰੂ ਜੀ ਨੇ ਸਮਝਾਇਆ, ਕਹਿੰਦੇ ਕੋਈ ਗੱਲ ਨਹੀਂ ਭਾਈ ਮਰਦਾਨਿਆ, ਪਰਮੇਸ਼ਰ ਭੋਜਨ ਭੇਜੇਗਾ, ਜਿੰਨਾ ਦਿਲ ਕੀਤਾ ਉਹਨਾਂ ਛਕ ਲਈ। ਨਾ ਮਹਾਰਾਜ, ਜਿਸ ਦਿਨ ਦਾ ਤੁਹਾਡੇ ਨਾਲ ਆਇਆ ਨਾ ਮੈਂ, ਕਈ ਦਿਨ ਭੁੱਖ ਕੱਟਣੀ ਪੈ ਜਾਂਦੀ ਹੈ, ਕਈ ਦਿਨ ਪਿਆਸ ਕੱਟਣੀ ਪੈ ਜਾਂਦੀ ਹੈ। ਮੈਨੂੰ ਤੇ ਹੁਣ ਪੁਰਾਣੇ ਦਿਨ ਯਾਦ ਆਉਂਦੇ ਆ, ਜਦੋਂ ਮੈਂ ਆਪਣੇ ਘਰ ਰਹਿ ਕੇ ਵਿਆਹਾਂ ਸ਼ਾਦੀਆਂ ਵਿੱਚ ਜਾ ਕੇ ਰਬਾਬ ਵਜਾਉਂਦਾ ਸੀ, ਗੀਤ ਗਾਉਂਦਾ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੈਨੂੰ ਤੇ ਪੁਰਾਣੇ ਦਿਨ ਯਾਦ ਆਉਂਦੇ, ਉਹ ਦਿਨ ਚੰਗੇ ਸੀ। ਕਵੀ ਲਿਖਦਾ ਹੈ, ਕਹਿੰਦੇ ਭਾਈ ਮਰਦਾਨਾ ਜੀ ਕਹਿੰਦਾ ਹੈ, ਕਿਉਂਕਿ ਮਨ ਹੈ ਨਾ ਭਾਈ, ਕਿਤੇ ਕਿਸ ਤਰ੍ਹਾਂ ਦਾ ਉਛਾਲਾ ਇਹਦੇ ਵਿੱਚ ਵੱਜਦਾ ਹੈ, ਕਦੇ ਕਿਸ ਤਰ੍ਹਾਂ ਦਾ ਉਛਾਲਾ ਇਹਦੇ ਵਿੱਚ ਵੱਜਦਾ ਹੈ। ਗੁਰਬਾਣੀ ਕਹਿੰਦੀ ਕਬ ਹੂੰ ਜੀੜਾ ਊਬ ਚੜ੍ਹਤ ਹੈ, ਕਬ ਹੂੰ ਜਾਏ ਪਿਆਲੇ,
ਕਦੇ ਕਦੇ ਤੇ ਮਨ ਇੰਨਾ ਉੱਚਾ ਹੋ ਜਾਂਦਾ ਹੈ, ਜਿੱਦਾਂ ਆਪਾਂ ਭਜਨ ਕਰਨਾ ਸ਼ੁਰੂ ਕਰ ਦਈਏ ਨਾ, ਮਨ ਇੰਨਾ ਜੁੜਦਾ ਹੈ, ਉਦੋਂ ਦਿਲ ਕਰਦਾ ਵੀ ਕਰੀ ਜਾਈਏ। ਇਹ ਰਸ ਬਣਿਆ ਹੀ ਰਹੇ, ਇਹ ਆਨੰਦ ਬਣਿਆ ਹੀ ਰਹੇ। ਕਦੇ ਕਦੇ ਸਾਧ ਸੰਗਤ ਐਸਾ ਮਨ ਬਣ ਜਾਂਦਾ, ਫਿਰ ਨਿਤਨੇਮ ਤੇ ਬੈਠਣ ਨੂੰ ਮਨ ਹੀ ਨਹੀਂ ਕਰਦਾ, ਬਾਣੀ ਪੜਨ ਨੂੰ ਮਨ ਹੀ ਨਹੀਂ ਕਰਦਾ। ਕਈ ਵਾਰ ਇਦਾਂ ਦਾ ਸਮਾਂ ਵੀ ਆ ਜਾਂਦਾ, ਕਈ ਵਾਰ ਬਹੁਤ ਵੱਡੀ ਗੱਲ ਹੋ ਜਾਏ ਤਾਂ ਵੀ ਮਨ ਤੇ ਨਹੀਂ ਲੱਗਦੀ, ਕਈ ਵਾਰ ਛੋਟੀ ਜੀ ਗੱਲ ਹੋ ਜਾਏ ਉਹਦਾ ਵੀ ਅਸਰ ਹੋ ਜਾਂਦਾ। ਆਖੋ ਸਤਨਾਮ ਜੀ ਵਾਹਿਗੁਰੂ। ਉਹਦਾ ਵੀ ਅਸਰ ਹੋ ਜਾਂਦਾ। ਹੁਣ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹਿੰਦਿਆਂ ਬੜੇ ਤਰ੍ਹਾਂ ਦਾ ਸਮਾਂ ਗੁਜ਼ਾਰਿਆ। ਕਿੱਥੇ ਤੇ ਸਾਧ ਸੰਗਤ ਜਦੋਂ ਬਲੀ ਕੰਧਾਰੀ ਨੂੰ ਉਤਾਰਦੇ ਨੇ, ਤੇ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਪਿਆਸਾ ਮਰ ਜਾਵਾਂਗਾ ਪਰ ਤੁਹਾਨੂੰ ਛੱਡ ਕੇ ਨਹੀਂ ਜਾਵਾਂਗਾ। ਮਹਾਰਾਜ ਭੁੱਖ ਕੱਟ ਲਵਾਂਗਾ, ਭੁੱਖਾ ਮਰ ਜਾਵਾਂਗਾ, ਪਰ ਤੁਹਾਡੇ ਚਰਨਾਂ ਤੋਂ ਦੂਰ ਨਹੀਂ ਹੋ ਸਕਦਾ। ਮਰਦਾਨਿਆਂ ਕਿਉਂ ਇੰਨਾ ਪਿਆਰ ਕਰਦਾ? ਮਹਾਰਾਜ ਕੀ ਕਰਾਂ, ਤੁਹਾਡੇ ਦਰਸ਼ਨ ਹੀ ਮੇਰੇ ਜੀਵਨ ਦਾ ਆਧਾਰ ਬਣ ਚੁੱਕੇ ਨੇ। ਇੱਥੇ ਤੱਕ ਭਾਵਨਾ ਦੱਸੀ ਹੈ, ਇੱਥੇ ਤੱਕ ਸ਼ਰਧਾ। ਪਰ ਅੱਜ ਬਹਾਨਾ ਹੀ ਐਸਾ ਮਹਾਰਾਜ ਨੇ ਖੇਡੀ ਐਸੀ ਰਚੀ, ਕਿਉਂਕਿ ਤਾਰਨਾ ਹੈ ਨਾ ਕਿਸੇ ਨੂੰ, ਭਲਾ ਕਰਨਾ ਇਹਦੇ ਨਾਲ ਕਿਸੇ ਦਾ। ਕਹਿੰਦਾ ਮਹਾਰਾਜ ਮੈਂ ਨਹੀਂ ਤੁਹਾਡੇ ਨਾਲ ਰਹਿਣਾ, ਆ ਚੱਕੋ ਰਬਾਬ ਮੈਂ ਚੱਲਿਆ। ਭਾਈ ਮਰਦਾਨਾ ਜੀ ਨੂੰ ਸਮਝਾਉਣਾ ਕੀਤਾ ਮਹਾਰਾਜ ਨੇ, ਕੋਈ ਗੱਲ ਨਹੀਂ ਸੱਚੇ ਪਾਤਸ਼ਾਹ ਉਹ ਦਿਨ ਚੰਗੇ ਸੀ, ਮੈਨੂੰ ਉਹ ਦਿਨ ਯਾਦ ਆਉਂਦੇ ਆ। ਕਿਹੜੇ ਦਿਨ? ਭਾਈ ਮਰਦਾਨਾ ਜੀ, ਕੋਈ ਕਵੀ ਲਿਖਦਾ, ਉਹ ਕਹਿੰਦਾ ਮਰਦਾਨਾ ਗੱਲ ਸੁਣੋ ਪਾਤਸ਼ਾਹ ਜੀ, ਤੁਹਾਡੇ ਨਾਲ ਰਹਿੰਦਾ ਨਹੀਂ ਮੈਂ ਦੇਤੀ ਇਤਲਾ ਜੀ, ਹੁਣ ਨਹੀਂ ਮੈਂ ਤੁਹਾਡੇ ਨਾਲ ਰਹਿਣਾ, ਮੇਰੀ ਗੱਲ ਧਿਆਨ ਨਾਲ ਸੁਣੋ। ਭੁੱਖ ਦੇ ਇਹ ਦੁੱਖ ਸੁਕਾਤੇ ਮੇਰੇ ਸਾਹ ਜੀ, ਹੁਣ ਯਾਦ ਆਉਂਦੇ ਜਜਮਾਨਾਂ ਦੇ ਵਿਆਹ ਜੀ। ਕਹਿੰਦੇ ਭੁੱਖ ਨੇ ਮੇਰੇ ਤੇ ਸਾਹ ਸੁਕਾਏ ਹੋਇਆ, 3 ਦਿਨ ਹੋ ਗਏ ਲਗਾਤਾਰ ਕੀਰਤਨ ਕਰਦਿਆਂ ਨੂੰ। ਕਿਸੇ ਨੇ ਆ ਕੇ ਪਾਣੀ ਨਹੀਂ ਪੁੱਛਿਆ, ਕਿਸੇ ਨੇ ਆ ਕੇ ਪ੍ਰਸ਼ਾਦਾ ਨਹੀਂ ਪੁੱਛਿਆ। ਤੁਸੀਂ ਸਮਾਧੀ ਲਾਈ ਬੈਠੇ ਹੋ ਮਹਾਰਾਜ, ਤੁਸੀਂ ਵੀ ਨਹੀਂ ਪੁੱਛਦੇ ਵੀ ਤੁਹਾਨੂੰ ਭੁੱਖ ਤੇ ਨਹੀਂ ਲੱਗੀ, ਤੁਹਾਨੂੰ ਪਿਆਸ ਤੇ ਨਹੀਂ ਲੱਗੀ। ਕਹਿੰਦੇ ਉਹ ਦਿਨ ਚੰਗੇ ਸੀ ਜਦੋਂ ਮੈਂ ਜਜਮਾਨਾਂ ਦੇ ਵਿਆਹਾਂ ਵਿੱਚ ਜਾਂਦਾ ਸੀ, ਗੀਤ ਗਾਉਂਦਾ ਸੀ, ਵਧਾਈਆਂ ਦਿੰਦਾ ਸੀ, ਕਿੰਨਾ ਕੁਝ ਖਾਣ ਨੂੰ ਮਿਲਦਾ ਸੀ, ਲੋਕੀ ਮਾਇਆ ਦਿੰਦੇ ਸੀ, ਸਤਿਕਾਰ ਕਰਦੇ ਸੀ। ਕਹਿੰਦਾ ਮਰਦਾਨਾ ਗੱਲ ਸੁਣੋ ਪਾਤਸ਼ਾਹ ਜੀ, ਤੁਹਾਡੇ ਨਾਲ ਰਹਿੰਦਾ ਨਹੀਂ ਮੈਂ ਦੇਤੀ ਇਤਲਾ ਜੀ, ਭੁੱਖ ਦੇ ਇਹ ਦੁੱਖ ਸੁਕਾਤੇ ਮੇਰੇ ਸਾਹ ਜੀ, ਹੁਣ ਯਾਦ ਆਉਂਦੇ ਜਜਮਾਨਾਂ ਦੇ ਵਿਆਹ ਜੀ। ਕਹਿੰਦੇ ਸੁਪਨੇ 'ਚ ਦਿਸੇ ਨਾ ਮਠਿਆਈ, ਮੂੰਹ ਲੁਕੋ ਗਈ ਐ, ਤੁਹਾਡੇ ਨਾਲ ਆ ਕੇ ਮੇਰੀ ਹਾਲਤ ਆ ਹੋ ਗਈ ਐ। ਕਹਿੰਦੇ ਕਿਥੇ ਤੇ ਵਿਆਹਾਂ ਸ਼ਾਦੀਆਂ ਵਿੱਚ ਜਾਂਦੇ ਸੀ, ਕੰਮਕਾਰ ਕਰਦੇ ਸੀ, ਸਾਰਾ ਵਿਆਹ ਸਾਂਭਦੇ ਸੀ, ਤੇ ਸਾਗ ਮਠਿਆਈਆਂ ਪਦਾਰਥ ਸਾਡੇ ਜਦੋਂ ਆਪ ਵੀ ਛਕਣੇ, ਘਰ ਵੀ ਲੈ ਕੇ ਆਉਣੇ, ਵਾਧੂ ਸਮਾਨ ਹੁੰਦਾ ਸੀ। ਹੁਣ ਕਹਿੰਦੇ ਸੁਪਨੇ 'ਚ ਵੀ ਦੇਖਣ ਨੂੰ ਨਹੀਂ ਮਿਲਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਤੇ ਸੁਪਨੇ 'ਚ ਵੇਖਣ ਨੂੰ ਨਹੀਂ ਮਿਲਦੀ। ਮਾਲਵੇ ਦੇ ਲੋਕ ਤੇ ਇਲਾਕਾ ਸਾਰਾ ਮਾਈਏ ਦਾ, ਜਿਹੜੇ ਥਾਂ ਦੀ ਲੰਘਾ ਡੂਮ ਦੱਸਣ ਕਰਾਈਏ ਦਾ। ਹੁਣ ਮੇਰੀ ਹਾਲਤ ਕਿਹੋ ਜੀ ਬਣੀ ਹੈ? ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਚਾਹੇ ਮਾਲਵੇ ਚਲੇ ਜਾਈਏ, ਚਾਹੇ ਮਾਝੇ ਵਿੱਚ ਚਲੇ ਜਾਈਏ, ਗਰੀਬ ਨਵਾਜ ਲੋਕੀ ਮੈਨੂੰ ਕਰਾਈਏ ਦਾ ਡੂਮ ਕਹਿੰਦੇ ਨੇ। ਤੁਹਾਨੂੰ ਵੀ ਕਰਾਈਆ ਦੱਸਦੇ ਵੀ ਕਰਾਹੇ ਪਿਆ ਹੋਇਆ, ਸਭ ਕੁਝ ਘਰ-ਬਾਰ ਛੱਡ ਕੇ, ਪਰਿਵਾਰ ਛੱਡ ਕੇ, ਤੇ ਮੈਨੂੰ ਕਰਾਈਏ ਦਾ ਡੂਮ ਆਖਦੇ ਆ। ਬੜਾ ਕੁਝ ਹੋਇਆ ਭਾਈ। ਕੋਈ ਆਖੇ ਭੂਤ ਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਪਹਿਲਾਂ ਵੀ ਇੱਕ ਵਾਰੀ ਕਹਿੰਦੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀਆਂ ਦੇ ਕੋਲ ਆਏ, ਕਹਿੰਦੇ ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਆਪਣੇ ਘਰ ਜਾਣਾ। ਮਹਾਰਾਜ ਕਹਿੰਦੇ ਮਰਦਾਨਿਆਂ ਕੀ ਗੱਲ ਹੋ ਗਈ, ਘਰ ਕਿਉਂ ਜਾਣਾ? ਸੱਚੇ ਪਾਤਸ਼ਾਹ ਲੋਕੀ ਬੜਾ ਮਾੜਾ ਕਰਦੇ ਆ। ਹੈ ਵੀ ਲੋਕਾਂ ਦਾ ਸੁਭਾਅ ਇਹੋ ਜਿਹਾ ਹੀ ਭਾਈ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਕੋਈ ਚੰਗੀ ਗੱਲ ਸੁਣਾਉਂਦਾ ਉਹ ਨਹੀਂ ਚੰਗਾ ਲੱਗਦਾ, ਤੇ ਮਾੜੇ ਪਾਸੇ ਨੂੰ ਭੱਜੇ ਜਾਂਦੇ ਆ, ਵਾਹ 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 ਕਰਦੇ ਆ।
ਮਹਾਰਾਜ ਮੈਂ ਨਹੀਂ ਰਹਿਣਾ। ਲੋਕੀ ਬੜਾ ਮਾੜਾ ਬੋਲਦੇ ਆ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ, ਕੋਈ ਮਿੱਟੀ ਚੁੱਕ ਚੁੱਕ ਉੱਪਰ ਪਾਉਂਦਾ, ਕੋਈ ਵੱਟੇ ਚੁੱਕ ਚੁੱਕ ਕੇ ਮਾਰਦਾ। ਮਹਾਰਾਜ ਮੈਨੂੰ ਜੋ ਮਰਜ਼ੀ ਬੋਲੀ ਜਾਣ, ਕੋਈ ਗੱਲ ਨਹੀਂ, ਪਰ ਜਦੋਂ ਤੁਹਾਡਾ ਨਾਂ ਲੈ ਕੇ ਮੈਨੂੰ ਕਰਾਈਏ ਦਾ ਢੂੰ ਆਖਦੇ ਆ ਨਾ, ਫੇਰ ਨਹੀਂ ਮਹਾਰਾਜ ਮੇਰੇ ਤੋਂ ਜਰਿਆ ਜਾਂਦਾ। ਮੈਨੂੰ ਆਗਿਆ ਦਿਓ, ਮੈਂ ਜਾਣਾ। ਪਹਿਲਾਂ ਮਹਾਰਾਜ ਕਹਿੰਦੇ ਚੰਗਾ ਭਾਈ ਮਰਦਾਨਿਆਂ ਚਲਾ ਜਾ। ਜਦੋਂ ਤੁਰਨ ਲੱਗੇ ਤੇ ਮਹਾਰਾਜ ਨੇ ਮਗਰੋਂ ਆਵਾਜ਼ ਮਾਰ ਲਈ, ਕਹਿੰਦੇ ਮਰਦਾਨਿਆਂ ਜਾਣਾ ਹੈ, ਪਰ ਜਾਂਦਿਆਂ ਜਾਂਦਿਆਂ ਸਾਡੀ ਇੱਕ ਗੱਲ ਦਾ ਜਵਾਬ ਦੇ। ਮਹਾਰਾਜ ਦੱਸੋ। ਕਹਿੰਦੇ ਤੂੰ ਕਦੇ ਹਾਥੀ ਨੂੰ ਗਲੀ ਦੇ ਵਿੱਚ ਤੁਰਿਆ ਜਾਂਦਿਆਂ ਵੇਖਿਆ? ਹਾਂ ਮਹਾਰਾਜ ਵੇਖਿਆ। ਕਹਿੰਦੇ ਜਦੋਂ ਹਾਥੀ ਤੁਰਿਆ ਜਾਂਦਾ ਹੈ ਉਹਦੇ ਮਗਰ ਕੁੱਤੇ ਵੀ ਭੌਂਕਦੇ ਆ, ਵੇਖਿਆ? ਹਾਂ ਮਹਾਰਾਜ ਵੇਖਿਆ। ਕਹਿੰਦੇ ਕਦੇ ਇਹ ਵੀ ਵੇਖਿਆ ਵੀ ਤੁਰੇ ਜਾਂਦੇ ਹਾਥੀ ਨੇ ਮਗਰ ਮੁੜ ਕੇ ਪਿਛਾਂ ਕੁੱਤਿਆਂ ਵੱਲੀ ਧਿਆਨ ਦਿੱਤਾ ਹੋਵੇ, ਜਾਂ ਪਿਛਾਂ ਮੁੜ ਕੇ ਉਹਨਾਂ ਨੂੰ ਹਟਾਇਆ ਹੋਵੇ, ਭਜਾਇਆ ਹੋਵੇ? ਨਹੀਂ ਮਹਾਰਾਜ, ਹਾਥੀ ਤੇ ਆਪਣੀ ਮਸਤੀ ਵਿੱਚ ਤੁਰਿਆ ਜਾਂਦਾ, ਉਹ ਕੁੱਤਿਆਂ ਦੀ ਪਰਵਾਹ ਨਹੀਂ ਕਰਦਾ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਫਿਰ ਮਰਦਾਨਿਆਂ ਤੇਰੀ ਮਸਤੀ ਕਿੱਥੇ ਗਈ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦੁਨੀਆ ਦੀ ਕਿਉਂ ਪਰਵਾਹ ਕਰਦਾ? ਜੋ ਕੁਝ ਬੋਲਦਾ ਕੋਈ ਬੋਲੀ ਜਾਏ। ਨਾ ਨਾ ਮਰਦਾਨਿਆਂ, ਨਾ ਭਾਈ, ਸਾਡਾ ਨਾਤਾ ਸੰਸਾਰ ਨਾਲ ਨਹੀਂ, ਸਾਡਾ ਨਾਤਾ ਤੇ ਨਿਰੰਕਾਰ ਨਾਲ ਹੈ। ਓਏ ਗਾਲਾਂ ਲੈ ਲੈ ਕੇ, ਵੱਟੇ ਖਾ ਖਾ ਕੇ ਅਸੀਂ ਫਿਰ ਵੀ ਦੁਨੀਆ ਨੂੰ ਤਾਰਨਾ ਹੈ। ਕਹਿੰਦੇ ਜਿਗਰਾ ਪਹਾੜਾਂ ਵਰਗਾ ਬਣਾ ਲਾ। ਇਹ ਸੱਚ ਦੇ ਮਾਰਗ ਤੇ ਐਵੇਂ ਨਹੀਂ ਤੁਰਿਆ ਜਾਂਦਾ ਭਾਈ। ਕਰਨੀ ਫਕੀਰੀ ਕਿਆ ਦਿਲਗੀਰੀ, ਬੋਲ ਕਬੋਲ ਵੀ ਸਹਿਣਾ। ਦਰ ਦਰ ਪੈਂਦੀ ਭਿਖਿਆ ਮੰਗਣੀ ਤੇ ਹਾਂਜੀ ਹਾਂਜੀ ਕਹਿਣਾ। ਕਹੇ ਹੁਸੈਨ ਫਕੀਰ ਨਮਾਣਾ, ਸਦਾ ਰਜਾ ਵਿੱਚ ਰਹਿਣਾ। ਕਹਿੰਦੇ ਭਾਈ ਮਰਦਾਨਿਆਂ ਜਿਗਰਾ ਪਹਾੜਾਂ ਵਰਗਾ ਬਣਾ ਲਾ ਤੇ ਆਪਣੀ ਮਸਤੀ ਹਾਥੀ ਵਾਲੀ ਬਣਾ ਲਾ। ਲੋਕਾਂ ਦੀ ਪਰਵਾਹ ਨਾ ਕਰ, ਕੋਈ ਕੀ ਬੋਲਦਾ ਹੈ। ਮੈਂ ਜਾਣਿਓ ਪੜ੍ਹਵੋ ਭਲੋ, ਪੜ੍ਹਵੇ ਸਿਉ ਭਲ ਜੋਗ। ਭਗਤ ਨਾ ਛਾਡੋ RAM ਕੀ, ਭਾਵੇਂ ਨਿੰਦੋ ਲੋਗ। ਉਹ ਜਿਗਰਾ ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ। ਰੱਖੀਏ ਪਹਾੜਾਂ ਵਰਗਾ ਬਈ, ਹਾਥੀਆਂ ਦੀ ਤੋਰ ਤੁਰੀਏ। ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ। ਉਹ ਜਿਗਰਾ ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ। ਜਿਗਰਾ ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ। ਜਿਗਰਾ ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ। ਉਹ ਜਿਗਰਾ ਰੱਖੀਏ ਪਹਾੜਾਂ ਵਰਗਾ, ਪਹਾੜਾਂ ਵਰਗਾ ਬਈ, ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ। ਦਿਲ ਰੱਖੀਏ ਪਹਾੜਾਂ ਵਰਗਾ ਬਈ, ਹਾਥੀਆਂ ਦੀ ਤੋਰ ਤੁਰੀਏ। ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ। ਉਹ ਦਿਲ ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ। ਦਿਲ ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ। ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ। ਹਾਥੀਆਂ ਦੀ ਤੋਰ ਤੁਰੀਏ, ਹਾਥੀਆਂ ਦੀ ਤੋਰ ਤੁਰੀਏ। ਹਾਥੀਆਂ ਦੀ ਤੋਰ ਤੁਰੀਏ। ਹਾਥੀਆਂ ਦੀ
ਵਰਗਾ ਹਾਥੀਆਂ ਦੀ ਤੋਰ ਤੁਰੀਏ। ਉਹ ਦਿਲ ਰੱਖੀਏ ਪਹਾੜਾਂ ਵਰਗਾ, ਹਾਂ ਪਹਾੜਾਂ ਵਰਗਾ ਜੀ, ਪਹਾੜਾਂ ਵਰਗਾ ਹਾਥੀਆਂ ਦੀ ਤੋਰ ਤੁਰੀਏ। ਦਿਲ ਰੱਖੀਏ ਪਹਾੜਾਂ ਵਰਗਾ ਹਾਥੀਆਂ ਦੀ ਤੋਰ ਤੁਰੀਏ। ਕੀਏ ਪਹਾੜਾਂ ਵਰਗਾ ਹਾਥੀਆਂ ਦੀ ਤੋਰ ਤੁਰੀਏ। ਉਹ ਦਿਲ ਰੱਖੀਏ ਪਹਾੜਾਂ ਵਰਗਾ ਹਾਥੀਆਂ ਦੀ ਤੋਰ ਤੁਰੀਏ। ਦਿਲ ਰੱਖੀਏ ਪਹਾੜਾਂ ਵਰਗਾ ਹਾਥੀਆਂ ਦੀ ਤੋਰ ਤੁਰੀਏ। ਦਿਲ ਰੱਖੀਏ ਪਹਾੜਾਂ ਵਰਗਾ ਹਾਥੀਆਂ ਦੀ ਤੋਰ ਤੁਰੀਏ। ਮੈਂ ਜਾਣਿਆ ਪੜ੍ਹ ਲੋ ਬੋਲੋ ਜੀ, ਪੜ੍ਹਵੇ ਸਿਉ ਪਲ ਰੋਗ। ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿਰੋਲੋ। ਮੈਂ ਜਾਣਿਆ ਪੜ੍ਹਵੇ ਭਲੋ, ਪੜ੍ਹਵੇ ਸਿਉ ਭਲ ਜੋਗ। ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ। ਲੋਕ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਮਰਦਾਨਿਆਂ ਲੋਕਾਂ ਦੀ ਪਰਵਾਹ ਨਹੀਂ ਕਰੀਦੀ, ਜੋ ਬੋਲਦਾ ਉਹ ਬੋਲੀ ਜਾਏ। ਜਿਹੜੀ ਤੇਰੀ ਡਿਊਟੀ ਹੈ ਨਾ, ਤੂੰ ਰਵਾਬ ਵਜਾ, ਤੇਰੀ ਰਵਾਬ ਨਾਲ ਹੀ ਸੰਸਾਰ ਦਾ ਭਲਾ ਹੋਣਾ ਹੈ। ਪਰ ਅੱਜ ਭਾਈ ਮਰਦਾਨਾ ਜੀ ਜਿੱਦੀ ਕਰਕੇ ਬਹਿ ਗਏ। ਕਹਿੰਦੇ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਮਾਲਵੇ ਤੇ ਲੋਕ ਤੇ ਇਲਾਕਾ ਸਾਰਾ ਮਾਹੀਏ ਦਾ, ਜਿਹੜੇ ਥਾਂ ਦੀ ਲੰਘਾ ਡੂਮ ਦੱਸਣ ਕਰਾਈਏ ਦਾ। ਮੈਨੂੰ ਕਰਾਈਏ ਦਾ ਡੂਮ ਆਖਦੇ ਆ। ਮਾਣ ਤਾਣ ਮਨਾਂ ਵਿੱਚ ਰਹਿ ਗਿਆ ਨਾ ਪਾਈਏ ਦਾ, ਸਾਰੇ ਪਿੰਡ ਸਾਂਭੀ ਬੈਠਾ ਪੁੱਤਰ ਨਗਾਈਏ ਦਾ। ਕਹਿੰਦੇ ਅੱਗੇ ਜਿੱਥੋਂ ਦੀ ਲੰਘਦੇ ਸੀ, ਜਿਹੜੇ ਪਿੰਡ ਵਿੱਚ ਚਲੇ ਜਾਂਦੇ ਸੀ, ਜਾ ਕੇ ਇੰਨੀ ਗੱਲ ਹੀ ਕਹਿਣੀ ਵੀ ਪਰਬਾ ਦੀ ਖੈਰ। ਜਿਹੜੇ ਘਰ ਜਾਣਾ ਅਗਲਾ ਕੁਝ ਨਾ ਕੁਝ ਮਾਣ ਤਾਣ ਕਰਕੇ ਤੋਰਦਾ। ਹੁਣ ਮੈਂ ਤੁਹਾਡੇ ਨਾਲ ਰਹਿਣਾ, ਘਰ-ਬਾਰ ਛੱਡੀ ਬੈਠਾ, ਪਰਿਵਾਰ ਛੱਡੀ ਬੈਠਾ। ਜਿਹੜੇ ਪਿੰਡਾਂ ਵਿੱਚ ਮੈਂ ਕੰਮਕਾਰ ਕਰਦਾ ਸੀ, ਜਿੱਥੇ ਮਾਣ ਸਤਿਕਾਰ ਘਰ ਮੇਰਾ ਚੱਲਦਾ ਸੀ, ਸਾਰੇ ਪਿੰਡ ਹੁਣ ਸਾਡੇ ਸਰੀਕੇ ਦੇ ਵਿੱਚੋਂ ਨਗਾਈਏ ਦਾ ਪੁੱਤ ਸਾਂਭੀ ਬੈਠਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਗਾਈਏ ਦਾ ਪੁੱਤ ਸਾਂਭੀ ਬੈਠਾ। ਮਹਾਰਾਜ ਉਹ ਦਿਨ ਚੇਤੇ ਆਉਂਦੇ ਆ, ਗੰਢ ਦੇਣ ਜਾਂਦਾ ਚਾਹੇ ਦੇਵਨ ਸੁਣਾਉਣੀ ਜੀ, ਛੋਲਿਆਂ ਦੀ ਮੁੱਠ ਪੈਂਦੀ ਸਭਨਾਂ ਨੂੰ ਪਾਉਣੀ ਜੀ। ਕਹਿੰਦੇ ਚਾਹੇ ਮੈਂ ਕੋਈ ਵਿਆਹ ਦੀ ਗੰਢ ਦੇਣ ਵਾਸਤੇ ਜਾਂਦਾ ਸੀ, ਚਾਹੇ ਮੈਂ ਕਿਸੇ ਦੇ ਘਰ ਕੋਈ ਸੁਨੇਹਾ ਦੇਣ ਜਾਂਦਾ ਸੀ, ਕੋਈ ਮੈਨੂੰ ਮਾਇਆ ਦਿੰਦਾ ਸੀ, ਕੋਈ ਖੇਸ ਦਿੰਦਾ ਸੀ। ਜੇ ਮਾਇਆ ਖੇਸ ਨਹੀਂ ਤੇ ਛੋਲੇ ਤੇ ਮੁੱਠ ਮੈਨੂੰ ਪਾ ਕੇ ਹੀ ਤੋਰਦੇ ਸੀ। ਛੋਲਿਆਂ ਦੀ ਮੁੱਠ ਤੇ ਮੈਨੂੰ ਪਾ ਕੇ ਹੀ ਤੋਰਦੇ ਸੀ। ਗੰਢ ਦੇਣ ਜਾਂਦਾ ਚਾਹੇ ਦੇਵਨ ਸੁਣਾਉਣੀ ਜੀ, ਛੋਲਿਆਂ ਦੀ ਮੁੱਠ ਪੈਂਦੀ ਸਭਨਾਂ ਨੂੰ ਪਾਉਣੀ ਜੀ। ਕਹਿੰਦੇ ਆਉਂਦੀ ਗੱਲ ਮੈਨੂੰ ਵੀ ਵਧਾਉਣੀ ਤੇ ਘਟਾਉਣੀ ਜੀ। ਜੇ ਕੋਈ ਦੇਣ ਦੇ ਵਿੱਚ ਢਿੱਲ ਮਸ ਵੀ ਕਰਦਾ ਸੀ ਨਾ, ਕੋਈ ਥੋੜੀ ਬਹੁਤੀ ਕੰਜੂਸੀ ਵਰਤਦਾ ਸੀ, ਫਿਰ ਕਹਿੰਦੇ ਮਹਾਰਾਜ ਮੈਨੂੰ ਗੱਲਬਾਤ ਵੀ ਵਧਾਉਣੀ ਆਉਂਦੀ ਹੈ। ਐਸੀਆਂ ਗੱਲਾਂ ਬਾਤਾਂ ਮਾਰਨੀਆਂ, ਮਾਇਆ ਦੇਣ ਵਾਸਤੇ ਅਗਲੇ ਨੂੰ ਮਜਬੂਰ ਕਰ ਦੇਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਕੁਦਰਤੀ ਬਖਸ਼ਿਸ਼ ਹੈ, ਮੀਰ ਬਰਾਦਰੀ ਹੈ। ਜਿਵੇਂ ਆਪਾਂ ਸਿੱਧੇ ਸ਼ਬਦਾਂ ਵਿੱਚ ਮਰਾਸੀ ਬਰਾਦਰੀ ਹੈ। ਮਹਾਰਾਜ ਨੇ ਇਹਨਾਂ ਨੂੰ ਢੰਗੀ ਗੱਲਬਾਤ ਕਰਨ ਦਾ ਇਹੋ ਜਿਹਾ ਦਿੱਤਾ ਹੈ। ਸਾਧ ਸੰਗਤ ਐਸੀਆਂ ਗੱਲਾਂ ਸੁਣਾਉਂਦੇ ਆ, ਮਜਬੂਰ ਹੋ ਜਾਂਦਾ ਬੰਦਾ। ਜਿੰਨਾ ਚਿਰ ਆਪਾਂ ਸਾਧ ਸੰਗਤ ਇਹਨਾਂ ਦਾ ਸਤਿਕਾਰ ਨਹੀਂ ਨਾ ਕਰਦੇ, ਉਹਨਾਂ ਚਿਰ ਫਿਰ ਖਹਿੜਾ ਨਹੀਂ ਛੱਡਦੇ। ਗੱਲਬਾਤ ਹੀ ਐਸੀ। ਭਾਈ ਮਰਦਾਨਾ ਵੀ ਕਹਿੰਦਾ ਵੀ ਮੈਨੂੰ ਗੱਲਬਾਤ ਵਧਾਉਣੀ ਆਉਂਦੀ ਹੈ। ਜਿਵੇਂ ਇੱਕ ਜ਼ਿਕਰ ਆਉਂਦਾ ਹੈ, ਢਾਡੀ ਜਥੇ ਕਵਿਸਰੀ ਜਥੇ ਵੀ ਸੁਣਾਉਂਦੇ ਹੁੰਦੇ ਆ ਵੀ ਕਿਸੇ ਮਰਾਸੀ ਨੇ ਸ਼ਰਤ ਲਾ ਲਈ ਕਿਸੇ ਦੇ ਨਾਲ। ਉਹ ਕਹਿੰਦੇ ਮਰਾਸੀਆ ਤੂੰ ਗੱਲਾਂ ਬੜੀਆਂ ਮਾਰਦਾ, ਤੈਨੂੰ ਤਾਂ ਮੰਨੀਏ ਜੇ ਤੂੰ ਮਹਾਰਾਜਾ ਰਣਜੀਤ ਸਿੰਘ ਨੂੰ ਮੂੰਹ ਤੇ ਕਾਣਾ ਆਖ ਦੇਵੇਂ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਤਾਂ ਮੰਨੀਏ ਤੈਨੂੰ। ਜੇ ਤੂੰ ਮਹਾਰਾਜਾ ਰਣਜੀਤ ਸਿੰਘ ਨੂੰ, ਉਹ ਕਹਿੰਦਾ ਲੈ ਇਹ ਕਿਹੜੀ ਵੱਡੀ ਗੱਲ ਆ, ਮੈਂ ਆਖ ਦਿਆਂਗਾ, ਪਰ ਮੇਰੀ ਵੀ ਇੱਕ ਸ਼ਰਤ ਹੈ। ਕਹਿੰਦੇ ਦੱਸ ਕੀ ਸ਼ਰਤ ਹੈ? ਕਹਿੰਦੇ ਇੱਕ ਵਾਰੀ ਕਹਿਣ ਦਾ ਮੈਂ 1 ਰੁਪਈਆ ਲਵਾਂਗਾ। ਚਲੋ ਸਿੱਧੇ ਸ਼ਬਦਾਂ ਵਿੱਚ 1 ਰੁਪਈਆ ਕਹਿ ਲਓ ਵੀ ਜਿੰਨੇ ਵਾਰੀ ਕਹਿਤਾ ਮੇਰੇ ਉਨੇ ਰੁਪਈਏ ਬਣਨੇ ਆ ਤੇ ਉਨੇ ਦੇਣੇ ਪੈਣੇ ਆ। ਕਹਿੰਦੇ ਠੀਕ ਆ ਬਈ। ਜੇ ਮਹਾਰਾਜਾ ਰਣਜੀਤ ਸਿੰਘ ਨੂੰ ਤੂੰ ਮੂੰਹ ਤੇ ਜਿੰਨੇ ਵਾਰੀ ਕਾਣਾ ਕਹਿ ਦੇਗਾ, ਕਹਿੰਦਾ ਮੈਂ 1 ਵਾਰੀ ਕਵਾਂਗਾ ਤੇ 1 ਵਾਰੀ ਹੱਥ ਖੜਾ, 1 ਉਂਗਲ ਖੜੀ ਕਰਾਂਗਾ, 2 ਵਾਰੀ ਕਵਾਂਗਾ ਤੇ ਉਨੇ ਰੁਪਈਏ ਮੇਰੇ ਰੱਖੀ ਜਾਇਓ ਸਾਈਡ ਤੇ ਕੱਢ ਕੇ, ਤੇ ਜਦੋਂ ਗੱਲ ਮੁਕਾ ਕੇ ਆਵਾਂ ਮੈਨੂੰ ਮੇਰੀ ਮਾਇਆ ਬਣਦੀ ਦੇ ਦਿਓ। ਚਲੇ ਗਏ ਜੀ ਦਰਬਾਰ ਦੇ ਵਿੱਚ। ਦਰਬਾਰ ਸਜਿਆ, ਪਹੁੰਚ ਗਿਆ ਮਹਾਰਾਜਾ ਰਣਜੀਤ ਸਿੰਘ ਬੈਠਾ ਤਖਤ ਤੇ ਸਾਧ ਸੰਗਤ ਜਾ ਕੇ ਆਖ ਦਿੱਤਾ, ਪਰਬਾ ਦੀ ਖੈਰ, ਮਹਾਰਾਜੇ ਦੀ ਖੈਰ। ਆ ਭਾਈ ਅੱਜ ਕਿਵੇਂ ਆਉਣੇ ਹੋਏ ਮਹਾਰਾਜ? ਮੈਂ ਤੇ ਤੁਹਾਡੇ ਸਹੁਰੀ ਗਿਆ ਸੀ, ਤੁਹਾਡੇ ਸਹੁਰਿਆਂ ਤੋਂ ਆਇਆ ਸਿੱਧਾ। ਮੈਂ ਕਿਹਾ ਚਲੋ ਜਾਂਦੇ ਜਾਂਦੇ ਮਹਾਰਾਜੇ ਨੂੰ ਸਹੁਰੀ ਮਿਲ ਕੇ ਚੱਲੇ ਆ ਤੇ ਸਹੁਰਿਆਂ ਦਾ ਹਾਲ ਚਾਲ ਸੁਣਾ ਦਈਏ। ਕਹਿੰਦਾ ਕਿਵੇਂ ਉੱਥੇ ਫਿਰ ਸਾਰੀ ਸੁੱਖ ਸ਼ਾਂਤੀ ਹੈ? ਹਾਂ ਜੀ ਬਾਕੀ ਤੇ ਸਾਰੇ ਠੀਕ ਹੈ, ਸੁੱਖ ਸ਼ਾਂਤੀ ਹੈ, ਪਰ ਜਿਹੜੀ ਤੁਹਾਡੀ ਛੋਟੀ ਸਾਲੀ ਹੈ ਨਾ ਉਹ ਬੜੀ ਚਲਾਕ ਹੈ, ਉਹ ਬੜੀ ਚਲਾਕ ਹੈ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਵੀ ਅੱਛਾ ਉਹ ਕਿਉਂ ਚਲਾਕ ਹੈ? ਕਹਿੰਦਾ ਜੀ ਉਹ ਤੇ ਵਾਰ-ਵਾਰ ਮੈਨੂੰ ਕਵੇ ਵੀ ਮੇਰੇ ਕਾਣੇ ਜੀਜੇ ਦਾ ਕੀ ਹਾਲ ਹੈ, ਨਾਲ ਉਂਗਲ ਖੜੀ ਕਰ ਦੇਵੇ ਏਦਾਂ। 1 ਵਾਰੀ ਕਹਿਦਾ ਵੀ 1 ਰੁਪਈਆ ਹੋ ਗਿਆ ਮੇਰਾ, ਮੇਰੇ ਕਾਣੇ ਜੀਜੇ ਦਾ ਕੀ ਹਾਲ ਹੈ? ਕਹਿੰਦੇ ਮੈਂ ਉਹਨੂੰ ਆਖਿਆ ਵੀ ਤੂੰ ਕਾਣਾ ਨਾ ਕਹਿ, ਸਾਡਾ ਮਹਾਰਾਜਾ ਰਣਜੀਤ ਸਿੰਘ, ਤੂੰ ਕਾਣਾ ਨਾ ਕਹਿ, ਉਨੀਆਂ ਹੀ ਉਂਗਲਾਂ। ਤੇ ਕਹਿੰਦੇ ਨਹੀਂ ਮੇਰਾ ਜੀਜਾ, ਮੈਂ ਜਿੰਨੇ ਮੇਰੀ ਮਰਜ਼ੀ ਕਵਾਂ ਕਾਣਾ ਕਾਣਾ ਕਾਣਾ। ਕਾਫੀ ਸਾਰੀ ਮਾਇਆ ਬਣਾ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸੇ ਤਰ੍ਹਾਂ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਗੰਢ ਦੇਣ ਜਾਂਦਾ, ਚਾਹੇ ਦੇਵਨ ਸੁਣਾਉਣੀ ਜੀ, ਛੋਲਿਆਂ ਦੀ ਮੁੱਠ ਪੈਂਦੀ ਸਭਨਾਂ ਨੂੰ ਪਾਉਣੀ ਜੀ। ਕਹਿੰਦੇ ਆਉਂਦੀ ਗੱਲ ਮੈਨੂੰ ਵੀ ਵਧਾਉਣੀ ਤੇ ਘਟਾਉਣੀ ਜੀ, ਮੈਨੂੰ ਵੀ ਵਾਹਵਾ ਗੱਲ ਵਧਾਉਣੀ ਘਟਾਉਣੀ ਆਉਂਦੀ ਹੈ। ਤੇ ਇਸ ਕਰਕੇ ਮੈਨੂੰ ਪੁਰਾਣੇ ਦਿਨ ਯਾਦ ਆਉਂਦੇ ਆ। ਹੁਣ ਨਹੀਂ ਮਹਾਰਾਜ ਮੈਂ ਤੁਹਾਡੇ ਨਾਲ ਰਹਿ ਸਕਦਾ, ਮੇਰੇ ਤੋਂ ਨਹੀਂ ਭੁੱਖ ਕੱਟੀ ਜਾਂਦੀ। ਉਸ ਵੇਲੇ ਕਹਿੰਦੇ ਭਾਈ ਬਾਲਾ ਜੀ ਨੇ ਵੀ ਸਮਝਾਇਆ, ਕਹਿੰਦੇ ਮਰਦਾਨਿਆ ਕਿਉਂ ਐਵੇਂ ਛੋਟੀ ਜੀ ਗੱਲ ਪਿੱਛੇ ਤੂੰ ਐਵੇਂ ਗੱਲ ਵਧਾਈ ਜਾਂਦਾ? ਤੈਨੂੰ ਨਹੀਂ ਪਤਾ ਕਿੰਨਾ ਚਿਰ ਹੋ ਗਿਆ ਆਪਾਂ ਮਹਾਰਾਜ ਦੇ ਨਾਲ ਰਹਿੰਦੇ ਆ, ਇਹ ਵੀ ਮਹਾਰਾਜ ਦੀ ਕੋਈ ਰਜਾ ਹੈ। ਤੇ ਜੇ ਆਪਾਂ ਮਹਾਰਾਜ ਦੀ ਰਜਾ ਦੇ ਵਿੱਚ ਰਹਿਣਾ ਹੀ ਨਹੀਂ, ਫਿਰ ਨਾਲ ਰਹਿਣ ਦਾ ਫਾਇਦਾ ਕੀ? ਇਹ ਵੀ ਕੋਈ ਖੇਡ ਹੋਣੀ ਹੈ। ਨਹੀਂ ਮਹਾਰਾਜ ਦੇ ਪਿੱਛੇ ਤੇ ਪਦਾਰਥ ਭੱਜੇ ਫਿਰਦੇ, ਤੈਨੂੰ ਰਾਜੇ ਮਹਾਰਾਜੇ ਹੱਥ ਜੋੜ ਕੇ ਖਲੋਤੇ, ਮਹਾਰਾਜ ਸਾਡੇ ਘਰ ਚਰਨ ਪਾਓ, ਸਾਡੇ ਘਰ ਚਰਨ ਪਾਓ, ਹੁਕਮ ਮੰਨ। ਐਦਾਂ ਗੁੱਸੇ ਹੋ ਕੇ ਨਾਰਾਜ਼ ਹੋ ਕੇ ਨਾ ਜਾ। ਤੇ ਸਾਧ ਸੰਗਤ ਹੁਕਮ ਵਿੱਚ ਰਹਿਣਾ, ਭਾਣੇ ਵਿੱਚ ਰਹਿਣਾ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹੈ। ਤੇ ਭਾਈ ਮਰਦਾਨਾ ਜੀ ਹੁਕਮ ਦੇ ਵਿੱਚ ਰਹਿਣ ਵਾਲੇ ਸੀ, ਪਰ ਅੱਜ ਗੁਰੂ ਨਾਨਕ ਸਾਹਿਬ ਜੀ ਕੀ ਖੇਡ ਵਰਤਾ ਰਹੇ ਨੇ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ, ਤੇਰੇ ਗੁਣ ਗਾਵਾਂ ਦੇ ਬਜਾਈ। ਉਹ ਤੇਰੇ ਚੋਜ ਨਰਾਲੇ ਮਾਲਕਾ, ਤੇਰੇ ਚੋਜ ਨਰਾਲੇ, 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 ਤੇਰੇ ਚੋਜ ਨਰਾਲੇ ਮਾਲਕਾ, ਤੇਰੇ ਚੋਜ ਨਰਾਲੇ। ਉਹ ਦਾਤਾ ਕਿਹੜਿਆਂ ਰੰਗਾਂ ਵਿੱਚ ਖੇਡਦਾ,
ਕੋਈ ਪਤਾ ਨਹੀਂ। ਸਤਿਗੁਰ ਜੀ ਅੱਜ ਕੀ ਖੇਡ ਵਰਤਾ ਰਹੇ ਨੇ, ਕੀ ਰੰਗ ਕੀ ਕੌਤਕ ਕਰ ਰਹੇ ਨੇ। ਜਿਹੜੇ ਭਾਈ ਮਰਦਾਨਾ ਜੀ ਸਤਿਗੁਰ ਜੀ ਦੇ ਕਹਿਣ ਤੇ ਵੀ ਵਾਪਸ ਨਹੀਂ ਸੀ ਜਾਂਦੇ। ਔਰ ਹੇਲਖੰਡ ਦੀ ਧਰਤੀ ਤੁਹਾਡੇ ਨੇੜੇ ਹੈ, ਜਿੱਥੇ ਗੁਰਦੁਆਰਾ ਨਾਨਕਪੁਰੀ ਟਾਂਡਾ ਸਾਹਿਬ ਬਣਿਆ। ਜਦੋਂ ਇਸ ਧਰਤੀ ਨੂੰ ਤਾਰਿਆ ਨਾ, ਰੋਹਿਲੇ ਪਠਾਨ ਨੂੰ ਸਿੱਧੇ ਰਾਹ ਪਾਇਆ। ਮਹਾਰਾਜ ਬੱਚੇ ਬਣ ਕੇ ਮੰਡੀ ਦੇ ਵਿੱਚ ਵਿਕੇ ਤੇ ਉਦੋਂ ਭਾਈ ਮਰਦਾਨੇ ਨੂੰ ਆਖਿਆ ਸੀ, ਭਾਈ ਮਰਦਾਨਿਆ ਜਾ ਤੂੰ ਆਪਣੇ ਘਰ ਵਾਪਸ ਚਲਿਆ ਜਾ। ਨਾ ਮਹਾਰਾਜ ਮੈਂ ਨਹੀਂ ਜਾਣਾ। ਭਾਈ ਮਰਦਾਨਿਆ ਬਚਨ ਮੰਨੀਦਾ, ਜਾ ਆਪਣੇ ਘਰ ਵਾਪਸ ਚਲਿਆ ਜਾ। ਨਹੀਂ ਮਹਾਰਾਜ ਮੈਂ ਨਹੀਂ ਜਾਣਾ, ਮੈਂ ਤੁਹਾਡੇ ਬਿਨਾਂ ਬਚਦਾ ਨਹੀਂ। ਤੁਹਾਡੇ ਦਰਸ਼ਨ ਕਰਾਂ ਤੇ ਦਿਨ ਚੜ੍ਹਦਾ ਮੇਰੇ ਲਈ, ਦਿਨ ਦੀ ਸ਼ੁਰੂਆਤ ਹੁੰਦੀ ਹੈ। ਮਹਾਰਾਜ ਮੈਂ ਨਹੀਂ ਜਾਣਾ। ਮਰਦਾਨਿਆ ਬਚਨ ਮੰਨੀਦਾ, ਧੱਕੇ ਨਾਲ ਤੋਰਨਾ ਪੈਂਦਾ ਸੀ। ਅੱਜ ਗੁਰੂ ਨਾਨਕ ਸਾਹਿਬ ਜੀ ਨੇ ਐਸੀ ਖੇਡ ਵਰਤਾਈ ਹੈ, ਐਸਾ ਰੰਗ ਵਰਤਾਇਆ। ਉਹੀ ਭਾਈ ਮਰਦਾਨਾ ਜੀ ਜਿੱਦ ਕਰੀ ਬੈਠੇ ਆ ਵੀ ਮੈਂ ਨਹੀਂ ਰਹਿਣਾ, ਮੈਂ ਤੇ ਜਾਣਾ। ਭਾਈ ਮਰਦਾਨਿਆ ਰਸਤਾ ਬੜਾ ਪੈਂਦਾ ਹੈ, ਬੜਾ ਲੰਮਾ ਹੈ। ਆਪਾਂ ਨੇੜੇ ਤੇੜੇ ਨਹੀਂ ਬੈਠੇ, ਆਪਾਂ ਮੱਧ ਪ੍ਰਦੇਸ਼ ਵਿੱਚ ਬੈਠੇ ਆ। ਰਸਤੇ ਵਿੱਚ ਜੰਗਲ ਵੀ ਆਉਂਦੇ ਆ, ਪਹਾੜ ਵੀ ਆਉਂਦੇ ਆ, ਚੀਤੇ ਬਗਿਆੜ ਸ਼ੇਰਾਂ ਦਾ ਵੀ ਖਤਰਾ ਹੈ, ਚੋਰਾਂ ਲੁਟੇਰਿਆਂ ਦਾ ਵੀ ਖਤਰਾ ਹੈ। ਭਾਈ ਮਰਦਾਨਿਆਂ ਤੂੰ ਕਿਵੇਂ ਜਾਵੇਂਗਾ? ਨਹੀਂ ਮਹਾਰਾਜ ਮੈਂ ਜਾਣਾ। ਕੀ ਖੇਡ ਹੈ, ਮੈਂ ਕੀ ਜਾਣਾ ਜੀ ਤੇਰੀ ਸਾਰ ਨੂੰ, ਮੈਂ ਕੀ ਜਾਣਾ ਜੀ ਤੇਰੀ ਸਾਰ ਨੂੰ। ਮੈਂ ਕੀ ਜਾਣਾ ਜੀ ਤੇਰੀ ਸਾਰ ਨੂੰ, ਮੈਂ ਕੀ ਜਾਣਾ ਜੀ ਤੇਰੀ ਸਾਰ ਨੂੰ। ਮੈਂ ਕੀ ਜਾਣਾ ਜੀ ਤੇਰੀ ਸਾਰ ਨੂੰ, ਮੈਂ ਕੀ ਜਾਣਾ ਜੀ ਤੇਰੀ ਸਾਰ ਨੂੰ। ਹਾਂ ਮੈਂ ਕੀ ਜਾਣਾ ਜੀ ਤੇਰੀ ਸਾਰ ਨੂੰ, ਮੈਂ ਕੀ ਜਾਣਾ ਜੀ ਹਾਂ ਤੇਰੀ ਸਾਰ ਨੂੰ। ਮੈਂ ਕੀ ਜਾਣਾ ਜੀ ਤੇਰੀ ਸਾਰ ਨੂੰ, ਮੈਂ ਕੀ ਜਾਣਾ ਜੀ ਤੇਰੀ ਸਾਰ ਨੂੰ। ਮੈਂ ਕੀ ਜਾਣਾ ਜੀ ਤੇਰੀ ਸਾਰ ਨੂੰ, ਮੈਂ ਕੀ ਜਾਣਾ ਜੀ ਦਾਤਾ ਤੇਰੀ ਸਾਰ ਨੂੰ। ਉਹ ਦਾਤਾ ਕਿਹੜਿਆਂ ਰੰਗਾਂ ਵਿੱਚ ਖੇਡਦਾ, ਰੰਗਾਂ ਵਿੱਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ। ਦਾਤਾ ਕਿਹੜਿਆਂ ਰੰਗਾਂ ਵਿੱਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ। ਦਾਤਾ ਕਿਹੜਿਆਂ ਰੰਗਾਂ ਵਿੱਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ। ਦਾਤਾ ਕਿਹੜਿਆਂ ਰੰਗਾਂ ਵਿੱਚ ਖੇਡਦਾ ਮੈਂ ਕੀ ਜਾਣਾ ਤੇਰੀ ਸਾਰ। ਦਾਤਾ ਕਿਹੜਿਆਂ ਰੰਗਾਂ ਵਿੱਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ। ਦਾਤਾ ਕਿਹੜਿਆਂ ਰੰਗਾਂ ਵਿੱਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ। ਵਾਹਿਗੁਰੂ ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਅੱਜ ਗੁਰੂ ਨਾਨਕ ਸਾਹਿਬ ਜੀ ਇਹ ਖੇਡ ਵਰਤਾ ਰਹੇ ਨੇ।
ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਨਹੀਂ ਰਹਿਣਾ, ਮੈਂ ਤੇ ਜਾਣਾ। ਭਾਈ ਬਾਲਾ ਜੀ ਨੇ ਬੜਾ ਸਮਝਾਇਆ, ਕਿਉਂ ਭਾਈ ਮਰਦਾਨਿਆ ਮੈਂ ਜਿੱਦ ਕਰਦਾ? ਕਹਿੰਦੇ ਤੂੰ ਰਹਿਣਾ ਤੇ ਰਹਿ, ਮੈਂ ਨਹੀਂ ਰਹਿ ਸਕਦਾ। ਚਲੋ ਕਹਿੰਦੇ ਵਾਪਸ ਤੁਰ ਪਏ ਜੀ। ਜਦੋਂ ਹੁਣ ਵਾਪਸ ਤੁਰੇ ਆਉਂਦੇ ਆ, ਕਹਿੰਦੇ ਨੇ ਤੁਰਦੇ 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 ਜੰਗਲ ਦਾ ਇਲਾਕਾ ਕਿੱਥੇ ਪਹੁੰਚੇ ਨੇ, ਜਿੱਥੇ ਕਹਿੰਦੇ ਕੌਡਾ ਰਾਖਸ਼ ਰਹਿੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਕੌਡਾ ਰਾਖਸ਼ ਰਹਿੰਦਾ ਹੈ ਨਾ, ਉਸ ਥਾਂ ਤੋਂ 11 ਕੋ ਦੂਰ ਬੈਠੇ ਨੇ ਗੁਰੂ ਨਾਨਕ ਸਾਹਿਬ ਜੀ। ਜਦੋਂ ਭਾਈ ਮਰਦਾਨਾ ਜੀ ਹੁਣ ਭੁੱਖੇ ਤੇ ਆਏ, ਤੁਰਦੇ ਤੁਰਦੇ ਉੱਥੇ ਪਹੁੰਚੇ, ਅੱਗੋਂ ਹੁਣ ਕੌਡਾ ਰਾਖਸ਼ ਤੁਰਿਆ ਆਉਂਦਾ। ਕਹਿੰਦੇ ਉਹਦੇ ਨੋਹਾਂ ਦੇ ਨੋਹ ਬੜੇ ਵੱਡੇ ਵੱਡੇ ਵਧੇ ਹੋਏ ਆ, ਅੱਖਾਂ ਦੇ ਵਾਲ ਬੜੇ ਵੱਡੇ ਵੱਡੇ ਪਰਵੱਟੇ ਹੋਏ ਆ। ਤੇ ਭਾਈ ਮਰਦਾਨਾ ਜੀ ਉਹਨੂੰ ਦੇਖ ਕੇ ਖੁਸ਼ ਹੋਇਆ। ਭਾਈ ਮਰਦਾਨਾ ਜੀ ਕਹਿੰਦੇ ਚਲੋ ਕੋਈ ਨਾ ਕੋਈ ਤੇ ਮੈਨੂੰ ਮਿਲਿਆ, ਸ਼ਾਇਦ ਹੁਣ ਇਹਦੇ ਮਿਲਣ ਕਰਕੇ ਮੇਰੇ ਖਾਣੇ ਦਾ ਪ੍ਰਬੰਧ ਹੋ ਜਾਏ, ਮੈਨੂੰ ਕੁਝ ਖਾਣ ਨੂੰ ਮਿਲ ਜਾਏ। ਤੇ ਸਾਧ ਸੰਗਤ ਜਿਹੜਾ ਕੌਡਾ ਰਾਖਸ਼ ਸੀ, ਇਹ ਤੇ ਆਪ ਬੰਦਿਆਂ ਨੂੰ ਭੁੰਨ ਭੁੰਨ ਕੇ ਖਾਂਦਾ ਸੀ, ਬੰਦਿਆਂ ਨੂੰ ਤਲ ਤਲ ਕੇ ਖਾਂਦਾ ਸੀ। ਭਾਈ ਮਰਦਾਨਾ ਜੀ ਤੇ ਇਹਨੂੰ ਦੇਖ ਕੇ ਖੁਸ਼ ਹੋਏ ਵੀ ਇਹਦੇ ਮਿਲਣ ਕਰਕੇ ਸ਼ਾਇਦ ਮੈਨੂੰ ਕੁਝ ਖਾਣ ਨੂੰ ਮਿਲ ਜਾਏ। ਤੇ ਭਾਈ ਮਰਦਾਨਾ ਜੀ ਨੂੰ ਦੇਖ ਕੇ ਉਹ ਬੜਾ ਖੁਸ਼ ਹੋਇਆ ਕਿ ਅੱਜ ਬੜੇ ਦਿਨਾਂ ਬਾਅਦ ਕੁਝ ਖਾਣ ਨੂੰ ਮਿਲਿਆ ਤੇ ਇਹਨੂੰ ਭੁੰਨ ਕੇ ਤਲ ਕੇ ਮੈਂ ਹੁਣ ਖਾਵਾਂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਲ ਆਏ, ਕੌਣ ਆ ਬਈ, ਤੂੰ ਕਿੱਧਰੋਂ ਆਇਆ? ਭਾਈ ਮਰਦਾਨਾ ਜੀ ਕਹਿੰਦੇ ਮੇਰਾ ਨਾਮ ਮਰਦਾਨਾ ਹੈ ਤੇ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ, ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ। ਵੈਸੇ ਤੇ ਬੜਾ ਸਮਾਂ ਹੋ ਗਿਆ ਉਹਨਾਂ ਦੇ ਨਾਲ ਰਹਿੰਦੇ ਆ, ਪਰ 3 ਦਿਨ ਹੋ ਗਏ ਸੀ ਭੁੱਖੇ ਤੇ ਆਏ, ਕੀਰਤਨ ਕਰਦੇ ਆ। ਮੈਨੂੰ ਘਰ ਪਰਿਵਾਰ ਦੀ ਇੰਨੀ ਯਾਦ ਆਉਣ ਲੱਗੀ, ਭੁੱਖ ਨੇ ਮੈਨੂੰ ਇੰਨਾ ਸਤਾਉਣਾ ਸ਼ੁਰੂ ਕੀਤਾ ਤੇ ਮੈਂ ਬੇਵੱਸ ਹੋ ਗਿਆ। ਮੈਂ ਉਹਨਾਂ ਨੂੰ ਛੱਡ ਕੇ ਹੁਣ ਵਾਪਸ ਜਾ ਰਿਹਾ ਹਾਂ। ਕੌਣ ਹੈ ਗੁਰੂ ਨਾਨਕ? ਕੌਣ ਹੈ ਗੁਰੂ ਨਾਨਕ? ਕਹਿੰਦੇ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਨਿਰੰਕਾਰੀ ਜੋਤ ਹੈ, ਸੰਸਾਰ ਨੂੰ ਤਾਰਨ ਵਾਸਤੇ ਆਈ ਹੈ ਤੇ ਮੈਂ ਉਹਨਾਂ ਦੇ ਨਾਲ ਰਹਿਣਾ। ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਤੂੰ ਉਹਨਾਂ ਦੇ ਨਾਲ ਰਹਿਣਾ, ਜਿੰਨਾ ਚਿਰ ਰਹਿਣਾ ਸੀ ਰਹਿ ਲਿਆ, ਮੈਂ ਤੇ ਆਪ ਕਈਆਂ ਦਿਨਾਂ ਦਾ ਭੁੱਖਾ ਹਾਂ, ਕਈਆਂ ਦਿਨਾਂ ਦਾ ਭੁੱਖਾ। ਅੱਜ ਤੈਨੂੰ ਮੈਂ ਮਾਰ ਕੇ ਖਾ ਜਾਣਾ, ਤੈਨੂੰ ਮੈਂ ਮਾਰ ਕੇ ਖਾ ਜਾਣਾ। ਭਾਈ ਮਰਦਾਨਾ ਜੀ ਕਹਿੰਦੇ ਤੂੰ ਚੰਗਾ ਬੰਦਾ, ਮੈਂ ਤੇ ਸੋਚਿਆ ਸੀ ਵੀ ਤੂੰ ਮੈਨੂੰ ਕੋਈ ਕੁਝ ਖਾਣ ਦਾ ਪ੍ਰਬੰਧ ਕਰੇਗਾ ਤੇ ਤੂੰ ਮੈਨੂੰ ਮਾਰਨ ਦੀਆਂ ਗੱਲਾਂ ਕਰੀ ਜਾਨਾ। ਸੁਣ ਕੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਸਾਧ ਸੰਗਤ ਲੱਤਾਂ ਕੰਬਣੀਆਂ ਸ਼ੁਰੂ ਹੋ ਗਈਆਂ ਵੀ ਆ ਮੈਂ ਕਿੱਥੇ ਆ ਕੇ ਫਸ ਗਿਆ। ਮਹਾਰਾਜ ਤੇ ਰੋਕਦੇ ਸੀ ਪਰ ਮੈਂ ਹੀ ਨਹੀਂ ਮੰਨਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਭਾਈ ਮਰਦਾਨਾ ਜੀ ਨਾ ਹੁਣ ਵੇਖੋ ਆ ਵੀ ਗਏ ਛੱਡ ਕੇ, ਤੇ ਵਿਸ਼ਵਾਸ ਵੀ ਹੈ, ਭਰੋਸਾ ਵੀ ਹੈ। ਕਹਿੰਦੇ ਤੂੰ ਨਹੀਂ ਮੈਨੂੰ ਮਾਰ ਸਕਦਾ। ਲੈ ਮੈਂ ਕਿਉਂ ਨਹੀਂ ਕਹਿੰਦਾ ਤੈਨੂੰ ਮਾਰ ਸਕਦਾ? ਕਹਿੰਦਾ ਮੇਰਾ ਗੁਰੂ ਨਾਨਕ ਮੇਰੇ ਨਾਲ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰ ਮੇਰੇ ਸੰਗ ਸਦਾ ਹੈ ਨਾਲ। ਮੇਰਾ ਗੁਰੂ ਨਾਨਕ ਮੇਰੇ ਨਾਲ ਹੈ। ਛੱਡ ਕੇ ਵੀ ਆ ਗਏ ਨੇ ਤੇ ਵਿਸ਼ਵਾਸ ਭਰੋਸਾ ਵੀ ਕੱਢਾ ਹੈ। ਦੁਕਾਲ ਨੂੰ ਪਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਭੂਤੇ। ਤੂੰ ਨਹੀਂ ਮੈਨੂੰ ਮਾਰ ਸਕਦਾ।
ਉਹਨਾਂ ਨੇ ਮੈਨੂੰ ਆ ਕੇ ਬਚਾ ਲੈਣਾ। ਤੇ ਕਹਿੰਦੇ ਕੌਡਾ ਰਾਖਸ਼ ਕਹਿੰਦਾ ਜਿਹੜਾ ਨਾ ਮਰਦਾ ਹੋਵੇ ਉਹਨੂੰ ਮੈਂ ਛੱਡਦਾ ਨਹੀਂ। ਕਹਿੰਦੇ ਤੂੰ ਤੇ ਕਹਿਣਾ ਨਾ ਮੇਰਾ ਨਾਮ ਮਰਦਾਨਾ, ਤੇ ਜਿਹੜਾ ਇੱਥੇ ਆ ਕੇ ਕਹੇ ਮੈਨੂੰ ਨਹੀਂ ਕੋਈ ਮਾਰ ਸਕਦਾ ਉਹਨੂੰ ਤੇ ਮੈਂ ਛੱਡਦਾ ਹੀ ਨਹੀਂ। ਜਿਹੜਾ ਨਾ ਮਰਦਾ ਹੋਵੇ ਉਹਨੂੰ ਮੈਂ ਛੱਡਦਾ ਨਹੀਂ। ਦੁਨੀਆ ਵਿੱਚ ਕੋਈ ਸੂਰਮਾ ਮੂਹਰੇ ਮੇਰੇ ਅੜਦਾ ਨਹੀਂ। ਮੇਰੇ ਇਸ ਬਣ ਵਿੱਚ ਔਲੀਆ ਕੋਈ ਵੀ ਵੜਦਾ ਨਹੀਂ। ਕਹਿੰਦਾ ਜਿੱਥੇ ਮੈਂ ਜੰਗਲ ਵਿੱਚ ਰਹਿਣਾ ਨਾ ਮੇਰੀ ਦਹਿਸ਼ਤ ਇੰਨੀ ਹੈ, ਕੋਈ ਸੂਰਮਾ ਮੇਰੇ ਮੂਹਰੇ ਖੜ ਨਹੀਂ ਸਕਦਾ, ਤੇ ਮੇਰਾ ਡਰ ਇੰਨਾ, ਮੇਰਾ ਭੈ ਇੰਨਾ, ਕੋਈ ਔਲੀਆ ਅਵਤਾਰ ਜਿੰਨਾ ਮਰਜੀ ਵੱਡਾ ਹੋਵੇ ਇਸ ਜੰਗਲ ਦੇ ਵਿੱਚ, ਇਸ ਬਣ ਦੇ ਵਿੱਚ ਵੜ ਨਹੀਂ ਸਕਦਾ। ਇੰਨੀ ਗੱਲ ਕਹਿ ਕੇ ਕਹਿੰਦੇ ਉਹਦੇ ਹੱਥ ਵਿੱਚ ਸੰਗਲ ਫੜਿਆ ਹੋਇਆ ਸੀ ਤੇ ਭਾਈ ਮਰਦਾਨਾ ਜੀ ਦੇ ਗਲ ਵਿੱਚ ਪਾ ਲਿਆ, ਮੋਢਿਆਂ ਤੇ ਚੁੱਕਿਆ ਤੇ ਲੈ ਕੇ ਤੁਰ ਪਿਆ ਜਿੱਥੇ ਸਾਧ ਸੰਗਤ ਜੀ ਇਹ ਬੰਦੇ ਹੁਣ ਭੁੰਨ ਕੇ ਖਾਂਦਾ ਸੀ। ਭਾਈ ਮਰਦਾਨਾ ਜੀ ਨੂੰ ਮੋਢਿਆਂ ਤੇ ਚੁੱਕ ਲਿਆ, ਉਧਰ ਨੂੰ ਲੈ ਕੇ ਤੁਰ ਪਿਆ ਜਿੱਥੇ ਹੁਣ ਇਹਨੇ ਕਹਿੰਦੇ ਆਪਣਾ ਸਾਧਨ ਜਰੀਆ ਬਣਾਇਆ ਹੋਇਆ ਸੀ ਬੰਦਿਆਂ ਨੂੰ ਤਲ ਕੇ ਖਾਣ ਦਾ। ਜਦੋਂ ਲੈ ਕੇ ਤੁਰ ਪਿਆ ਭਾਈ ਮਰਦਾਨਾ ਜੀ ਕਹਿੰਦੇ ਜਜਮਾਨਾ ਕਿਹੜੀਆਂ ਗੱਲਾਂ ਕਰਦਾ ਤੂੰ, ਦੇਖ ਮੈਨੂੰ ਦਰਵੇਸ਼ ਬੰਦੇ ਨੂੰ ਤੂੰ ਮਾਰੇਗਾ, ਤੂੰ ਇਹ ਪਾਪ ਕਰਦਾ ਭਲਾ ਚੰਗਾ ਲੱਗਦਾ, ਤੂੰ ਮੈਨੂੰ ਪ੍ਰਸ਼ਾਦਾ ਛਕਾ, ਤੂੰ ਮੇਰੀ ਭੁੱਖ ਮਿਟਾ, ਮੈਂ ਤੈਨੂੰ ਅਸੀਸਾਂ ਦਿੰਦਾ, ਅੱਗੇ ਜਾਵਾਂ ਆਪਣੇ ਪਰਿਵਾਰ ਨੂੰ ਜਾ ਕੇ ਮਿਲਾਂ, ਤੂੰ ਮੈਨੂੰ ਮਾਰੇਗਾ, ਮਾਰ ਕੇ ਖਾਏਗਾ, ਇਹ ਪਾਪ ਕਿੱਥੇ ਲਾਵੇਂਗਾ, ਇਹ ਲੇਖਾ ਕਿੱਥੇ ਦੇਵੇਂਗਾ। ਹੁਣ ਏਦਾਂ ਨਾਲੇ ਉਹ ਚੁੱਕੀ ਜਾਂਦਾ ਹੈ ਤੇ ਭਾਈ ਮਰਦਾਨਾ ਜੀ ਉਹਨੂੰ ਏਦਾਂ ਬੋਲਦੇ ਆ, ਮਿੰਤਾਂ ਕਰਦੇ, ਤਰਲੇ ਕਰਦੇ ਵੀ ਚੱਲ ਕੋਈ ਨਾ ਕੋਈ ਗੱਲ ਸੁਣ ਕੇ ਮੈਨੂੰ ਛੱਡ ਦੇਵੇ। ਜਿਹੜਾ ਨਾ ਮਰਦਾ ਹੋਵੇ ਉਹਨੂੰ ਮੈਂ ਛੱਡਦਾ ਨਹੀਂ। ਦੁਨੀਆ ਵਿੱਚ ਕੋਈ ਸੂਰਮਾ ਮੂਹਰੇ ਮੇਰੇ ਅੜਦਾ ਨਹੀਂ। ਮੇਰੇ ਇਸ ਬਣ ਵਿੱਚ ਔਲੀਆ ਕੋਈ ਵੀ ਵੜਦਾ ਨਹੀਂ। ਤੈਨੂੰ ਭੁੱਖ ਲੱਗੀ ਮੀਰਾ, ਲੱਗੀ ਵੀ ਮੈਨੂੰ ਆ, ਭਾਲਦਾ ਤੂੰ ਕੀ ਖਾਣੇ, ਖਾਣਾ ਮੈਂ ਤੈਨੂੰ ਆ। ਕਹਿੰਦੇ ਮਰਦਾਨਿਆਂ ਤੂੰ ਖਾਣੇ ਕੀ ਭਾਲਦਾ, ਅੱਜ ਤਾਂ ਮੈਂ ਤੈਨੂੰ ਤਲ ਕੇ ਖਾਵਾਂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਤੈਨੂੰ ਤਲ ਕੇ ਖਾਵਾਂਗਾ। ਭਾਈ ਮਰਦਾਨਾ ਜੀ ਫਿਰ ਤਰਲੇ ਕਰਦੇ ਆ, ਫਿਰ ਮਿੰਨਤਾਂ ਕਰਦੇ ਆ। ਸਾਧ ਸੰਗਤ ਉਹ ਕਹਿੰਦਾ ਚੁੱਪ ਕਰਦਾ ਕਿ ਨਹੀਂ ਕਰਦਾ। ਮੈਨੂੰ ਕੋਈ ਸਮਝ ਨਹੀਂ ਹੈ ਧਰਮ ਤੇ ਪਾਪ ਦੀ। ਕਹਿੰਦੇ ਭਾਈ ਮਰਦਾਨਿਆਂ ਮੈਨੂੰ ਨਹੀਂ ਕੋਈ ਸਮਝ ਵੀ ਧਰਮ ਕੀ ਹੁੰਦਾ, ਪੁੰਨ ਕੀ ਹੁੰਦਾ, ਪਾਪ ਕੀ ਹੁੰਦਾ। ਭਾਈ ਮਰਦਾਨਾ ਕਹਿੰਦਾ ਓਏ ਧਰਮੀ ਬਣ, ਸਿਆਣਾ ਬਣ, ਆਹ ਕੀ ਗੱਲਾਂ ਪਿਆ ਕਰਦਾ ਹੈ। ਤੇ ਕੌਡਾ ਰਾਖਸ਼ ਕਹਿੰਦਾ ਮੈਨੂੰ ਕੋਈ ਸਮਝ ਨਹੀਂ ਹੈ ਧਰਮ ਤੇ ਪਾਪ ਦੀ, ਤੂੰ ਹੁਣ ਚਟਣੀ ਹੋਈ ਸਮਝ ਲੈ ਆਪ ਦੀ, ਬਸ ਥੋੜਾ ਟਾਈਮ ਹੀ ਆ, ਤੈਨੂੰ ਤੇ ਭੁੰਨ ਕੇ ਖਾ ਜਾਣਾ। ਲੈ ਗਿਆ ਕਹਿੰਦੇ ਕੜਾਹਾ ਰੱਖਿਆ ਹੋਇਆ ਉਹਨੇ, ਇੱਕ ਦਰਖਤ ਦੇ ਨਾਲ ਰੱਸੇ ਨਾਲ ਬੰਨ ਕੇ ਪੁੱਠਾ ਲਮਕਾ ਲਿਆ। ਸਾਧ ਸੰਗਤ ਭਾਈ ਮਰਦਾਨਾ ਜੀ ਕਹਿੰਦੇ ਉਹ ਭਾਈ ਪਰਬਾ, ਉਹ ਜਜਮਾਨਾ ਤੂੰ ਮੈਨੂੰ ਇੱਥੇ ਬੰਨ ਲਿਆ, ਨੂੜ ਲਿਆ, ਤਲ ਕੇ ਖਾਣ ਦੀਆਂ ਤਿਆਰੀਆਂ ਕਰੀ ਜਾਨਾ, ਤੂੰ ਮੈਨੂੰ ਮੇਰੇ ਪਰਿਵਾਰ ਨੂੰ ਤੇ ਨਹੀਂ ਮਿਲਣ ਦੇਣਾ ਜਿਹਨੂੰ ਮੈਂ ਮਿਲਣ ਜਾ ਰਿਹਾ ਸੀ। ਜੇ ਅੱਗੇ ਨਹੀਂ ਜਾਣ ਦਿੰਦਾ ਮੈਨੂੰ ਬਾਬੇ ਨਾਨਕ ਕੋਲ ਹੀ ਭੇਜ ਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਅੱਗੇ ਨਹੀਂ ਜਾਣ ਦਿੰਦਾ ਤੇ ਮੈਂ ਪਿੱਛੇ ਹੀ ਚਲਿਆ ਜਾਵਾਂ। ਭਾਈ ਮਰਦਾਨਾ ਜੀ ਕਹਿੰਦੇ ਆ ਅੱਗੇ ਨਹੀਂ ਜਾਣ ਦਿੰਦਾ ਤਾਂ ਪਿੱਛੇ ਮੁੜ ਲੈਣ ਦੇ, ਅੱਗੇ ਨਹੀਂ ਜਾਣ ਦਿੰਦਾ ਤਾਂ ਪਿੱਛੇ ਮੁੜ ਲੈਣ ਦੇ, ਅੱਗੇ ਨਹੀਂ ਜਾਣ ਦਿੰਦਾ ਤਾਂ ਪਿੱਛੇ ਮੁੜ ਲੈਣ ਦੇ, ਅੱਗੇ ਨਹੀਂ ਜਾਣ ਦਿੰਦਾ ਤਾਂ ਪਿੱਛੇ ਮੁੜ ਲੈਣ ਦੇ।
ਇੱਕ ਵਾਰੀ ਦਰਸ਼ਨ ਕਰ ਲਾਂ ਨਾਨਕ ਨਰੈਣ ਦੇ, 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 ਇੱਕ ਵਾਰੀ ਦਰਸ਼ਨ ਕਰ ਲਾਂ ਨਾਨਕ ਨਰੈਣ ਦੇ। ਭਾਈ ਮਰਦਾਨਾ ਜੀ ਕਹਿੰਦੇ ਚੱਲਿਆ ਤੇ ਮੈਂ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਸੀ, ਪਰ ਰਸਤੇ ਵਿੱਚ ਤੂੰ ਫੜ ਲਿਆ, ਅੱਗੇ ਤੇ ਤੂੰ ਹੁਣ ਮੈਨੂੰ ਜਾਣ ਨਹੀਂ ਦੇਣਾ, ਪਰਿਵਾਰ ਨੂੰ ਤੇ ਮਿਲ ਨਹੀਂ ਸਕਦਾ, ਜੇ ਕਿਰਪਾ ਕਰੇ ਪਿੱਛੇ ਹੀ ਚਲਿਆ ਜਾਵਾਂ, ਇੱਕ ਵਾਰੀ ਮੈਂ ਜਾ ਕੇ ਬਾਬੇ ਨਾਨਕ ਦੇ ਦਰਸ਼ਨ ਤੇ ਕਰ ਲਾਂ, ਨਾਨਕ ਨਰੈਣ ਮੈਂ ਮਿਲ ਕੇ ਲਵਾਂ। ਉਹਦੀ ਗੱਲ ਸੁਣ ਕੇ ਕੌਡਾ ਰਾਖਸ਼ ਕਹਿੰਦਾ ਜਿਹਨੂੰ ਤੂੰ ਕਮਲਿਆ ਡੂਮਾ ਦੱਸਦਾ ਨਰੈਣ ਵੇ, 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 ਜਿਹਨੂੰ ਤੂੰ ਕਮਲਿਆ ਡੂਮਾ ਦੱਸਦਾ ਨਰੈਣ ਵੇ। ਦਿੱਤਾ ਕਿਉਂ ਤੈਨੂੰ ਰਸਤੇ ਜੰਗਲ ਦੇ ਪੈਣ ਓਏ, ਕਹਿੰਦੇ ਕਮਲਿਆ ਡੂਮਾ ਨਰੈਣ ਨਰੈਣ ਤੇ ਕਰਦਾ ਨਿਰੰਕਾਰ ਨਿਰੰਕਾਰ ਤੇ ਕਰਦਾ, ਜੇ ਤੇਰਾ ਨਿਰੰਕਾਰ ਬਾਬਾ ਨਾਨਕ ਐਡਾ ਹੀ ਸਿਆਣਾ ਐਡਾ ਹੀ ਸੂਝਵਾਨ ਹੈ, ਤੈਨੂੰ ਉਹਨੇ ਕੱਲੇ ਨੂੰ ਜੰਗਲ ਦੇ ਰਸਤੇ ਪੈਣ ਹੀ ਕਿਉਂ ਦਿੱਤਾ? ਆਖੋ ਸਤਿਨਾਮ। ਤੈਨੂੰ ਉਹਨੇ ਕੱਲੇ ਨੂੰ ਭੇਜਿਆ ਹੀ ਕਿਉਂ? ਭਾਈ ਮਰਦਾਨਾ ਜੀ ਪਛਤਾਉਂਦੇ ਆ, ਉਹ ਕਹਿੰਦੇ ਉਹਨਾਂ ਨੇ ਤੇ ਰੋਕਿਆ ਸੀ, ਉਹਨਾਂ ਨੇ ਤੇ ਬੜਾ ਸਮਝਾਇਆ, ਮੇਰੀ ਹੋਈ ਮੱਤ ਮਾਰੀ ਗਈ। ਆਖੋ ਸਤਿਨਾਮ। ਮੇਰੀ ਮੱਤ ਮਾਰੀ ਗਈ। ਜਿਹਨੂੰ ਤੂੰ ਕਮਲਿਆ ਡੂਮਾ ਦੱਸਦਾ ਨਰੈਣ ਓਏ, ਹੁਣ ਕਿਉਂ ਨਹੀਂ ਖਬਰ ਫਸੇ ਦੀ ਆਉਂਦਾ ਉਹ ਲੈਣ ਓਏ, ਹੁਣ ਕਿਉਂ ਨਹੀਂ ਖਬਰ ਫਸੇ ਦੀ ਆਉਂਦਾ ਉਹ ਲੈਣ ਓਏ, ਹੁਣ ਕਿਉਂ ਨਹੀਂ ਖਬਰ ਫਸੇ ਦੀ ਲੈਂਦਾ ਲੈਣ ਓਏ, ਹੁਣ ਕਿਉਂ ਨਹੀਂ ਖਬਰ ਫਸੇ ਦੀ ਆਉਂਦਾ ਉਹ ਲੈਣ ਓਏ, ਹੁਣ ਕਿਉਂ ਨਹੀਂ ਖਬਰ ਫਸੇ ਦੀ ਆਉਂਦਾ ਉਹ ਲੈਣ ਓਏ, ਹੁਣ ਕਿਉਂ ਨਹੀਂ ਖਬਰ ਫਸੇ ਦੀ ਆਉਂਦਾ ਉਹ ਲੈਣ ਓਏ। ਜਿਹਨੂੰ ਤੂੰ ਕਮਲਿਆ ਡੂਮਾ ਦੱਸਦਾ ਨਰੈਣ ਓਏ, 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 ਜਿਹਨੂੰ ਤੂੰ ਕਮਲਿਆ ਡੂਮਾ। ਭਾਈ ਮਰਦਾਨਾ ਜੀ ਕਹਿੰਦੇ ਅੱਗੇ ਨਹੀਂ ਜਾਣ ਦਿੰਦਾ ਤਾਂ ਪਿੱਛੇ ਮੁੜ ਲੈਣ ਦੇ, ਇੱਕ ਵਾਰੀ ਕਰ ਲਾਂ ਦਰਸ਼ਨ ਨਾਨਕ ਨਰੈਣ ਦੇ। ਤੇ ਕੌਡਾ ਰਾਖਸ਼ ਕਹਿੰਦਾ ਹੈ ਜਿਹਨੂੰ ਤੂੰ ਕਮਲਿਆ ਡੂਮਾ ਦੱਸਦਾ ਨਰੈਣ ਓਏ, ਹੁਣ ਕਿਉਂ ਨਹੀਂ ਖਬਰ ਫਸੇ ਦੀ ਆਉਂਦਾ ਉਹ ਲੈਣ ਓਏ,
ਦਿੱਤਾ ਕਿਉਂ ਤੈਨੂੰ ਰਸਤੇ ਜੰਗਲ ਦੇ ਪੈਣ ਹੋਏ। ਫਿਰ ਕਹਿੰਦਾ ਆਵੇ ਤਾਂ ਜੇ ਹੋਵੇ ਤਾਕਤ ਕੁਝ ਕਰਨ ਦੀ। ਕਹਿੰਦੇ ਉਹ ਤਾਂ ਆਵੇ ਨਾ ਤੈਨੂੰ ਬਚਾਉਣ ਵਾਸਤੇ ਜੇ ਉਹਦੇ ਵਿੱਚ ਕੁਝ ਕਰਨ ਦੀ ਤਾਕਤ ਹੋਵੇ। ਤੂੰ ਐਵੇਂ ਦੱਸ ਕਹੀ ਜਾਨਾ ਵੀ ਉਹ ਨਿਰੰਕਾਰ, ਐਵੇਂ ਕਹੀ ਜਾਨਾ ਉਹ ਨਿਰੈਣ ਹੈ। ਆਵੇ ਤਾਂ ਜੇ ਹੋਵੇ ਤਾਕਤ ਕੁਝ ਕਰਨ ਦੀ, ਤੇਥੋਂ ਵੱਧ ਚਿੰਤਾ ਉਹਨੂੰ ਆਪਣੇ ਮਰਨ ਦੀ। ਕਹਿੰਦੇ ਉਹ ਤੇ ਆਪ ਡਰਦਾ ਉੱਥੇ ਛੁਪਿਆ ਬੈਠਾ ਹੋਣਾ, ਤੈਨੂੰ ਉਹਨੇ ਬਚਾਉਣ ਵਾਸਤੇ ਕੀ ਆਉਣਾ। ਕਹਿੰਦੇ ਨੇ ਭਾਈ ਮਰਦਾਨਾ ਜੀ ਨੂੰ ਨੂੜਿਆ ਹੋਇਆ, ਕੜਾਹੇ ਦੇ ਵਿੱਚ ਤੇਲ ਪਾਇਆ, ਹੇਠਾਂ ਲੱਕੜਾਂ ਡਾਉਣ ਲੱਗ ਗਿਆ। ਸਾਧ ਸੰਗਤ ਤੇਲ ਗਰਮ ਹੋ ਰਿਹਾ ਹੈ, ਭਾਈ ਮਰਦਾਨਾ ਜੀ ਨੂੰ ਉਸ ਕੜਾਹੇ ਵਿੱਚ ਸੁੱਟਣ ਦੀ ਤਿਆਰੀ ਹੈ। ਤੇ ਫਿਰ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਜੀਆਂ ਦੇ ਚਰਨਾਂ ਦਾ ਧਰ ਲਿਆ ਧਿਆਨ। ਗਰੀਬ ਨਵਾਜ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾਕਿਆ ਧੋਪੈ ਸੁਆਮੀ ਮਾਨਸ ਕੀ, ਹਮ ਭੂਲ ਬਗਾੜੇ ਦਿਨ ਸਰਾਤ ਹਰ ਲਾਜ, ਰਖਾਏ ਮਹਾਰਾਜ। ਮੈਂ ਤੇ ਭੁੱਲ ਗਿਆ ਪਰ ਤੁਸੀਂ ਤੇ ਬਖਸ਼ਣ ਹਾਰੇ ਹੋ ਨਾ, ਤੁਸੀਂ ਤੇ ਬਖਸ਼ਣ ਹਾਰੇ ਹੋ। ਦੇਖ ਨਾ ਲੇਖ ਮੱਥੇ ਦੇ ਮੇਰੇ ਕਰਮਾਂ ਤੇ ਨਾ ਜਾਵੀਂ, ਰਹਿਮਤ ਦੀ ਫੜ ਕਾਨੀ ਬਾਬਾ ਲੀਕ ਇਹਨਾਂ ਤੇ ਲਾਵੀਂ। ਭਾਈ ਮਰਦਾਨਾ ਜੀ ਨੂੰ ਕੜਾਹੇ ਵਿੱਚ ਸੁੱਟਣ ਦੀ ਤਿਆਰੀ, ਗੁਰੂ ਨਾਨਕ ਸਾਹਿਬ ਬੈਠੇ ਚੌਂਕੜਾ ਮਾਰੀ, ਭਾਈ ਬਾਲਾ ਜੀ ਚੌਰ ਸਭ ਕਰ ਰਹੇ ਨੇ। ਫਿਰ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਜੀਆਂ ਦੇ ਪਕੜ ਲਏ ਚਰਨ, ਸੁਰਤੀ ਰਾਹੀਂ ਬੇਨਤੀਆਂ ਤਰਲੇ ਕਰਨੇ ਸ਼ੁਰੂ ਕਰ ਦਿੱਤੇ। ਸੱਚੇ ਪਾਤਸ਼ਾਹ ਮੇਰੇ ਸੱਚੇ ਪਾਤਸ਼ਾਹ, ਮੇਰੀ ਜਾਨ ਤੇ ਬਣੀ। ਸੱਚੇ ਪਾਤਸ਼ਾਹ ਮੇਰੀ ਜਾਨ ਤੇ ਬਣੀ। ਸੱਚੇ ਪਾਤਸ਼ਾਹ ਮੇਰੀ ਜਾਨ ਤੇ ਬਣੀ। ਸੱਚੇ ਪਾਤਸ਼ਾਹ ਮੇਰੀ ਜਾਨ ਤੇ ਬਣੀ। ਮੇਰੇ ਸੱਚੇ ਪਾਤਸ਼ਾਹ ਮੇਰੀ ਜਾਨ ਤੇ ਬਣੀ। ਸੱਚੇ ਪਾਤਸ਼ਾਹ ਮੇਰੀ ਜਾਨ ਤੇ ਬਣੀ। ਉਹ ਮੇਰੇ ਸੱਚੇ ਪਾਤਸ਼ਾਹ ਮੇਰੀ ਜਾਨ ਤੇ ਬਣੀ। ਸਤਿਗੁਰੂ ਨਾਨਕ ਜੀ ਮੇਰੀ ਜਾਨ ਤੇ ਬਣੀ। ਸੱਚੇ ਪਾਤਸ਼ਾਹ ਮੇਰੀ ਜਾਨ ਤੇ ਬਣੀ। ਸੱਚੇ ਪਾਤਸ਼ਾਹ ਮੇਰੀ ਜਾਨ ਤੇ ਬਣੀ। ਮੇਰੇ ਸੱਚੇ ਪਾਤਸ਼ਾਹ ਮੇਰੀ ਜਾਨ ਤੇ ਬਣੀ। ਮੇਰੇ ਸੱਚੇ ਪਾਤਸ਼ਾਹ ਮੇਰੀ ਜਾਨ ਤੇ ਬਣੀ। ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਜੀ ਮੇਰੀ ਜਾਨ ਤੇ ਬਣੀ। ਸੱਚੇ ਪਾਤਸ਼ਾਹ ਮੇਰੀ ਜਾਨ ਤੇ ਬਣੀ।
ਸੱਚੇ ਪਾਤਸ਼ਾਹ ਮੇਰੀ ਜਾਨ ਤੇ ਬਣੀ। ਮੇਰੇ ਸੱਚੇ ਪਾਤਸ਼ਾਹ ਮੇਰੀ ਜਾਨ ਤੇ ਬਣੀ। ਸੱਚੇ ਪਾਤਸ਼ਾਹ ਮੇਰੀ ਜਾਨ ਤੇ ਬਣੀ। ਲੇਖੇ ਕਦੇ ਨਾ ਛੁੱਟੀਏ ਖੈਨ ਖੈਨ ਭੁੱਲਣ ਹਾਰ ਉਹ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਤਾਰ। ਲੇਖੇ ਕਦੇ ਨਾ ਛੁੱਟੀਏ। ਅਸੀਂ ਖੱਤੇ ਬਹੁਤ ਕੁਮਾਮ ਦੇ ਕੇ ਸ਼ੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਵੱਡ ਗੁਨਹਗਾਰ। ਮਹਾਰਾਜ ਕਿਰਪਾ ਕਰੋ। ਕਹਿੰਦੇ ਮਹਾਰਾਜ ਬੈਠੇ ਆ ਤੇ ਐਦਾਂ ਕਹਿੰਦੇ ਨਾ ਮਹਾਰਾਜ ਨੇ ਫੂਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਵੇਂ ਤਪਦੇ ਕੜਾਹੇ ਨੂੰ ਠੰਡਾ ਕਰਦੇ ਹੋਣ। ਆਖੋ ਸਤਨਾਮ ਵਾਹਿਗੁਰੂ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਆ ਕੀ ਪਏ ਕਰਦੇ ਆ? ਹਵਾ ਵਿੱਚ ਫੂਕਾਂ ਮਾਰੀ ਜਾਂਦੇ। ਸੱਚੇ ਪਾਤਸ਼ਾਹ ਕਹਿੰਦੇ ਭਾਈ ਮਰਦਾਨੇ ਨੂੰ ਕੌਡੇ ਰਾਖਸ਼ ਨੇ ਫੜ ਲਿਆ। ਉਹਨੂੰ ਤਲਣ ਦੀ ਤਿਆਰੀ ਆ, ਭੁੰਨ ਕੇ ਖਾਣ ਦੀ ਤਿਆਰੀ ਐ। ਹੁਣ ਉੱਥੇ ਮਿੰਨਤਾਂ ਕਰਦਾ, ਤਰਲੇ ਕਰਦਾ, ਅਰਦਾਸਾਂ ਕਰਦਾ, ਮਹਾਰਾਜ ਜਾਨ ਬਚਾ। ਚੱਲ ਫਿਰ ਚੱਲੀਏ ਭਾਈ ਬਾਲਿਆ ਆਪਾਂ। ਤੇ ਭਾਈ ਬਾਲਾ ਜੀ ਕਹਿੰਦੇ ਸੱਚੇ ਪਾਤਸ਼ਾਹ ਰਹਿਣ ਦਿਓ, ਜਾਣ ਨੂੰ ਇੰਨਾ ਸਮਝਾਇਆ ਸੀ, ਮੰਨਿਆ ਤੇ ਹੈ ਨਹੀਂ, ਹੁਣ ਭੁਗਤਣ ਦਿਓ। ਆਖੋ ਸਤਨਾਮ ਜੀ ਵਾਹਿਗੁਰੂ। ਭੁਗਤਣ ਦਿਓ ਹੁਣ ਉਹਨੂੰ, ਇੰਨਾ ਸਮਝਾਇਆ ਮੰਨਿਆ ਨਹੀਂ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ, ਮੇਰੇ ਨਾਲ ਪਿਆਰ ਕਰਦਾ, ਮੇਰਾ ਯਾਰ ਹੈ ਭਾਈ ਮਰਦਾਨਾ, ਲੱਗੀਆਂ ਦੀ ਤੇ ਲਾਜ ਰੱਖਣੀ ਪੈਣੀ। ਆਖੋ ਸਤਨਾਮ ਵਾਹਿਗੁਰੂ। ਲੱਗੀਆਂ ਦੀ ਤੇ ਲਾਜ ਰੱਖਣੀ ਪੈਣੀ ਹੈ ਨਾ। ਚੱਲ ਭਾਈ। ਕਹਿੰਦੇ ਬੈਠੇ ਤੇ 11 ਕੋ ਦੂਰ ਸੀ। ਭਾਈ ਬਾਲਾ ਜੀ ਨੂੰ ਨਾਲ ਲਿਆ ਤੇ ਐਸੀ ਕਿਰਪਾ ਕੀਤੀ, ਪਲਾਂ ਵਿੱਚ ਪਹੁੰਚ ਗਏ। ਜਦੋਂ ਉੱਥੇ ਜਾ ਕੇ ਖਲੋਗੇ ਨਾ, ਸਾਧ ਸੰਗਤ ਭਾਈ ਮਰਦਾਨਾ ਜੀ ਨੂੰ ਫੜ ਕੇ ਸੁੱਟਣ ਲੱਗਾ ਕੜਾਹੇ ਦੇ ਵਿੱਚ। ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀਆਂ ਨੂੰ ਵੇਖ ਲਿਆ। ਭਾਈ ਮਰਦਾਨਾ ਜੀ ਨੇ ਵੀ ਆ ਗਿਆ। ਤੇ ਜਦੋਂ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਲਿਆ, ਅੱਗੇ ਤੇ ਹੁਣ ਡਰਦਾ ਸੀ ਵੀ ਮੈਨੂੰ ਕੜਾਹੇ ਵਿੱਚ ਸੁੱਟਣਾ, ਫਿਰ ਡਰ ਦੂਰ ਹੋ ਗਿਆ। ਡਰ ਦੂਰ ਹੋ ਗਿਆ। ਕੜਾਹੇ ਵਿੱਚ ਭਾਈ ਮਰਦਾਨਾ ਜੀ ਨੂੰ ਸੁੱਟਿਆ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਜਿਹੜਾ ਸਾਧ ਸੰਗਤ ਕੜਾਹੇ ਦਾ ਤੇਲ ਉਬਾਲੇ ਮਾਰਦਾ ਸੀ, ਠੰਡਾ ਠਾਰ ਹੋ ਗਿਆ। ਭਾਈ ਮਰਦਾਨਾ ਜੀ ਦਾ ਕੱਖ ਵੀ ਨਹੀਂ ਵਿਗੜਿਆ। ਕਹਿੰਦੇ ਹੋਇਆ ਕੀ? ਭਾਈ ਮਰਦਾਨਾ ਜੀ ਕਹਿੰਦੇ ਹੋਣਾ ਕੀ ਹੈ? ਜਿਹਨੂੰ ਤੂੰ ਕਹਿੰਦਾ ਸੀ ਵੀ ਉਹ ਤੇ ਆਪ ਮਰਨ ਤੋਂ ਡਰਦਾ, ਮੇਰਾ ਸੱਚਾ ਪਾਤਸ਼ਾਹ ਗੁਰੂ ਨਾਨਕ ਆ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਰੋਸਾ ਹੁੰਦਾ ਨਾ ਜਿਹਨੂੰ, ਫਿਰ ਤਾਤੀ ਬਹੁ ਨ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਪਰ ਦੁੱਖ ਲਗੇ ਨਾ। ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ ਏਕਾ ਲਿਵ ਲਾਈ। ਰਾਖ ਲਈਏ ਤਿਨ ਰੱਖਣ ਹਾਰ, ਸਭ ਵਿਆਦ ਮਟਾ। ਕਹਿੰਦੇ ਕੌਡੇ ਰਾਖਸ਼ ਨੇ ਗੁਰੂ ਨਾਨਕ ਸਾਹਿਬ ਜੀਆਂ ਦੇ ਕੀਤੇ ਦਰਸ਼ਨ। ਜਦੋਂ ਦਰਸ਼ਨ ਕੀਤੇ, ਕ੍ਰੋਧੀ ਮਨ, ਹੰਕਾਰੀ ਮਨ ਸ਼ਾਂਤ ਹੋ ਗਿਆ। ਗੁਰੂ ਨਾਨਕ ਸਾਹਿਬ ਜੀਆਂ ਦੇ ਦਰਸ਼ਨ ਕਰਕੇ ਠੰਡ ਪਈ। ਗੁੱਸਾ ਨਹੀਂ ਆਇਆ, ਕ੍ਰੋਧ ਨਹੀਂ ਆਇਆ ਵੀ ਮੇਰਾ ਸ਼ਿਕਾਰ ਇਹਦੇ ਕਰਕੇ ਮੇਰੇ ਹੱਥੋਂ ਛੁੱਟ ਗਿਆ, ਮੇਰੇ ਖਾਣੇ ਦੇ ਵਿੱਚ ਵਿਘਨ ਪਾਇਆ। ਠੰਡ ਪੈ ਗਈ ਮਹਾਰਾਜ ਦੇ ਦਰਸ਼ਨ ਕਰਕੇ। ਸਾਧ ਸੰਗਤ ਜਦੋਂ ਆਨੰਦ ਜਿਹਾ ਬਣਿਆ ਨਾ, ਸ਼ਾਂਤੀ ਜਿਹੀ ਮਿਲੀ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤਿਆਂ। ਭੱਜ ਕੇ ਗਿਆ, ਆਪਣੀ ਗੁਫਾ ਦੇ ਵਿੱਚੋਂ ਇੱਕ ਸੀਸਾ ਕੱਢ ਕੇ ਲਿਆ, ਕੌਡਾ ਰਾਖਸ਼। ਭਾਈ ਮਰਦਾਨਾ ਜੀ ਨੇ ਤੇ ਜਾ ਕੇ ਫਿਰ ਚਰਨ ਮਹਾਰਾਜ ਦੇ ਫੜਨੇ ਹੀ ਸੀ। ਮਹਾਰਾਜ ਕਿਰਪਾ ਕੀਤੀ, ਤੁਸੀਂ ਮੇਰੀਆਂ ਅਰਦਾਸਾਂ ਸੁਣ ਕੇ ਆ ਗਏ।
ਮਹਾਰਾਜ ਨੇ ਗਲ ਨਾਲ ਲਾਇਆ, ਪਿਆਰ ਦਿੱਤਾ ਭਾਈ ਮਰਦਾਨਾ ਜੀ ਨੂੰ। ਕੌਡਾ ਰਾਖ ਜਿਹੜਾ ਗੁਫਾ ਵਿੱਚ ਗਿਆ ਤੇ ਸੀਸਾ ਕੱਢ ਲਿਆਇਆ, ਉਹ ਸੀਸੇ ਵਿੱਚ ਦੀ ਏਦਾਂ ਗੁਰੂ ਨਾਨਕ ਸਾਹਿਬ ਜੀਆਂ ਦਾ ਚਿਹਰਾ ਦੇਖਿਆ। ਜਦੋਂ ਗੁਰੂ ਨਾਨਕ ਸਾਹਿਬ ਜੀਆਂ ਦਾ ਚਿਹਰਾ ਵੇਖਿਆ, ਪਤਾ ਨਹੀਂ ਉਹਨੂੰ ਕੀ ਦੱਸਿਆ, ਭੱਜ ਕੇ ਆਇਆ ਤੇ ਗੁਰੂ ਨਾਨਕ ਸਾਹਿਬ ਜੀਆਂ ਦੇ ਚਰਨੀ ਢਹਿ ਪਿਆ, ਰੋ ਰੋ ਸਤਿਗੁਰੂ ਜੀ ਦੇ ਚਰਨੀ ਧੋ ਦਿੱਤੇ। ਭਾਈ ਬਾਲਾ ਜੀ ਵੀ ਹੈਰਾਨ, ਭਾਈ ਮਰਦਾਨਾ ਜੀ ਵੀ ਹੈਰਾਨ ਵੀ ਆਹ ਕੀ ਖੇਡ ਹੋ ਗਈ। ਸੀਸੇ ਵਿੱਚ ਇਹਨੂੰ ਇਹੋ ਜਿਹਾ ਕੀ ਦਿਸ ਗਿਆ ਵੀ ਮਹਾਰਾਜ ਦੇ ਚਰਨਾਂ ਤੇ ਆ ਕੇ ਢਹਿ ਪਿਆ। ਮਹਾਰਾਜ ਤੁਸੀਂ ਆ ਗਏ ਹੋ, ਮੇਰੀਆਂ ਬੇਨਤੀਆਂ ਅਰਦਾਸਾਂ ਗਰੀਬ ਨਵਾਜ ਤੁਸੀਂ ਸੁਣ ਲੀਆਂ? ਹਾਂ ਭਾਈ ਆ ਗਏ ਆ। ਫਿਰ ਭਾਈ ਬਾਲਾ ਜੀ ਨੂੰ ਸਾਰੀ ਗੱਲ ਸਮਝ ਵਿੱਚ ਪੈ ਗਈ, ਭਾਈ ਮਰਦਾਨਾ ਜੀ ਨੂੰ ਵੀ ਗੱਲ ਸਮਝ ਵਿੱਚ ਪੈ ਗਈ ਵੀ ਜੋ ਖੇਡ ਵਰਤੀ ਸੀ ਨਾ, ਮੇਰਾ ਤੇ ਐਵੇਂ ਬਹਾਨਾ ਸੀ, ਇਹਦੀਆਂ ਅਰਦਾਸਾਂ ਖਿੱਚਦੀਆਂ ਸੀ ਬਾਬੇ ਨਾਨਕ ਨੂੰ। ਆਖੋ ਸਤਿਨਾਮ ਜੀ ਵਾਹਿਗੁਰੂ। ਇਹਦੀਆਂ ਅਰਦਾਸਾਂ। ਮਹਾਰਾਜ ਮੈਂ ਤੇ ਬੜੇ ਚਿਰਾਂ ਦਾ ਤੁਹਾਨੂੰ ਉਡੀਕਦਾ ਸੀ, ਕਦੋਂ ਤੁਹਾਡੇ ਦੀਦਾਰ ਹੋਣਗੇ, ਕਦੋਂ ਤੁਹਾਡੇ ਦਰਸ਼ਨ ਹੋਣਗੇ। ਮਹਾਰਾਜ ਕਹਿੰਦੇ ਭਾਈ ਤੂੰ ਇਹ ਰਾਖਸ਼ ਦੀ ਜੂਨੀ ਵਿੱਚ ਕਿਉਂ ਪੈ ਗਿਆ? ਤੇਰੀ ਬੁੱਧੀ ਭ੍ਰਿਸ਼ਟ ਕਿਉਂ ਹੋ ਗਈ? ਤੂੰ ਬੰਦੇ ਹੀ ਮਾਰ ਮਾਰ ਕੇ ਖਾਣੇ ਸ਼ੁਰੂ ਕਰ ਦਿੱਤੇ। ਤੇ ਉਹਨੇ ਫਿਰ ਆਪਣੀ ਪਿਛਲੇ ਜਨਮ ਦੀ ਕਥਾ ਸੁਣਾਈ, ਸਾਖੀ ਸੁਣਾਈ ਵੀ ਕਿਉਂ ਮੈਨੂੰ ਰਾਖਸ਼ ਦੀ ਜੂਨੀ ਵਿੱਚ ਆਉਣਾ ਪੈ ਗਿਆ। ਉਹ ਕਹਿਣ ਲੱਗਾ ਵੀ ਮੈਂ ਜੀ ਆਪਣੇ ਗੁਰੂ ਤੋਂ ਵਿਦਿਆ ਪੜ੍ਹਦਾ ਹੁੰਦਾ ਸੀ, ਪੜ੍ਹਾਈ ਕਰਦਾ ਹੁੰਦਾ ਸੀ। ਕਹਿੰਦੇ ਵਿਦਿਆ ਪੜ੍ਹਦਾ ਮੈਨੂੰ ਵੀ ਵਿਦਿਆ ਦਾ ਮਾਣ ਹੋ ਗਿਆ, ਹੰਕਾਰ ਹੋ ਗਿਆ। ਗੁਰਬਾਣੀ ਕਹਿੰਦੀ ਪੜਿਆ ਮੂਰਖ ਆਖੀਐ ਜੇ ਲੱਭ ਲੋਭ ਹੰਕਾਰ। ਕਹਿੰਦੇ ਮੈਨੂੰ ਆਪਣੀ ਪੜ੍ਹਾਈ ਦਾ ਇੰਨਾ ਹੰਕਾਰ ਹੋ ਗਿਆ, ਆਪਣੀ ਵਿਦਿਆ ਦਾ, ਵਿਦਵਤਾ ਦਾ ਇੰਨਾ ਮਾਣ ਹੋ ਗਿਆ। ਕਹਿੰਦੇ ਮੈਂ ਇੱਕ ਦਿਨ ਆਪਣੇ ਘਰ ਬੈਠਾ ਤੇ ਜਿਸ ਗੁਰੂ ਤੋਂ ਮੈਂ ਵਿਦਿਆ ਪੜ੍ਹਦਾ ਸੀ ਉਹ ਮੈਨੂੰ ਮਿਲਣ ਵਾਸਤੇ ਮੇਰੇ ਘਰ ਆਏ। ਜਦੋਂ ਉਹ ਕਹਿੰਦੇ ਘਰ ਆਏ, ਮੈਂ ਇੰਨਾ ਹੰਕਾਰੀ ਸੀ, ਮੈਂ ਸਮਝਿਆ ਹੀ ਨਹੀਂ ਵੀ ਮੈਂ ਇਹਨਾਂ ਤੋਂ ਵਿਦਿਆ ਪੜ੍ਹੀ ਹੈ, ਮੇਰੇ ਗੁਰੂ ਹੈ। ਕਹਿੰਦੇ ਮੈਂ ਉਹਨਾਂ ਦੇ ਸਤਿਕਾਰ ਵਿੱਚ ਉੱਠ ਕੇ ਖੜਾ ਨਹੀਂ ਹੋਇਆ। ਆਪਣੇ ਤੋਂ ਵੱਡੇ ਦਾ ਸਤਿਕਾਰ ਕਰਨਾ ਕਿੰਨਾ ਜ਼ਰੂਰੀ ਹੈ। ਕਹਿੰਦੇ ਮੈਂ ਉਹਨਾਂ ਦੇ ਸਤਿਕਾਰ ਵਿੱਚ ਉੱਠ ਕੇ ਖੜਾ ਨਹੀਂ ਹੋਇਆ। ਕਹਿੰਦੇ ਜਦੋਂ ਮੈਂ ਉਹਨਾਂ ਦੇ ਸਤਿਕਾਰ ਵਿੱਚ ਉੱਠ ਕੇ ਖੜਾ ਨਹੀਂ ਨਾ ਹੋਇਆ, ਫਿਰ ਉਹਨਾਂ ਨੇ ਗੁੱਸੇ ਵਿੱਚ ਆ ਕੇ ਮੈਨੂੰ ਸਰਾਪ ਦਿੱਤਾ ਵੀ ਤੈਨੂੰ ਆਪਣੀ ਵਿਦਵਤਾ ਦਾ, ਆਪਣੀ ਪੜ੍ਹਾਈ ਦਾ ਇੰਨਾ ਹੰਕਾਰ ਹੋ ਗਿਆ, ਮਾਣ ਹੋ ਗਿਆ। ਮੈਂ ਤੈਨੂੰ ਪੜ੍ਹਾਉਂਦਾ ਰਿਹਾ ਤੇ ਮੈਂ ਆਇਆ, ਮੇਰੇ ਸਤਿਕਾਰ ਵਿੱਚ ਤੂੰ ਉੱਠ ਕੇ ਖੜਾ ਨਹੀਂ ਹੋਇਆ, ਤੂੰ ਰਾਖਸ਼ ਦੀ ਜੂਨੀ ਵਿੱਚ ਪਏਗਾ, ਰਾਖਸ਼ ਦੀ ਜੂਨੀ ਵਿੱਚ ਪਏਗਾ। ਉਹ ਕਹਿਣ ਲੱਗੇ ਵੀ ਮੈਂ ਇਸ ਗੁੱਸੇ ਨੂੰ ਪੀ ਵੀ ਸਕਦਾ ਸੀ, ਬਰਦਾਸ਼ਤ ਵੀ ਕਰ ਸਕਦਾ ਸੀ, ਪਰ ਤੈਨੂੰ ਸ਼ਰਾਪ ਇਸ ਕਰਕੇ ਦਿੱਤਾ, ਜੇ ਤੈਨੂੰ ਸਜ਼ਾ ਨਾ ਦਿੱਤੀ ਤੇ ਕਿਸੇ ਵਿਦਿਆਰਥੀ ਨੇ ਫਿਰ ਆਪਣੇ ਗੁਰੂ ਦਾ ਮਾਣ ਨਹੀਂ ਕਰਨਾ, ਸਤਿਕਾਰ ਨਹੀਂ ਕਰਨਾ। ਇਹ ਚਾਲੀ ਇਸੇ ਤਰ੍ਹਾਂ ਹੀ ਚੱਲ ਪਈ। ਸਜ਼ਾ ਦੇਣ ਦਾ ਇਹੀ ਕਾਰਨ ਹੈ ਵੀ ਤੈਨੂੰ ਵੇਖ ਕੇ ਕਿਸੇ ਹੋਰ ਨੂੰ ਗਿਆਨ ਆ ਜਾਏ, ਜੀ ਤੋਂ ਵਿਦਿਆ ਪੜ੍ਹੀ ਹੋਵੇ ਉਹ ਆਪਣੇ ਤੋਂ ਵੱਡੇ ਦਾ, ਗੁਰੂ ਦਾ ਸਤਿਕਾਰ ਕਰਨਾ ਨਾ ਛੱਡੇ। ਕਹਿੰਦੇ ਮੈਨੂੰ ਇਹਨਾਂ ਤੇ ਗਿਆਨ ਸੀ ਵੀ ਇਹਨਾਂ ਦੇ ਬੋਲ ਆ ਜਿਹੜੇ ਹੁਣ ਸੱਤ ਹੋਣੇ ਆ, ਮੈਨੂੰ ਰਾਖਸ਼ ਦੀ ਜੂਨੀ ਵਿੱਚ ਤੇ ਜਾਣਾ ਹੀ ਪੈਣਾ। ਕਹਿੰਦੇ ਮੈਂ ਆਖਿਆ ਜੀ ਹੁਣ ਜੂਨੀ ਤੇ ਮੈਨੂੰ ਭੁਗਤਣੀ ਪੈਣੀ ਆ, ਪਰ ਮੇਰਾ ਭਲਾ ਕਿਵੇਂ ਹੋਏਗਾ, ਮੇਰੀ ਇਹ ਜੂਨ ਕੱਟੀ ਕਿਵੇਂ ਜਾਏਗੀ। ਤੇ ਉਹ ਕਹਿਣ ਲੱਗੇ ਵੀ ਕਲਯੁਗ ਦਾ ਸਮਾਂ ਹੋਏਗਾ, ਗੁਰੂ ਨਾਨਕ ਸਾਹਿਬ ਕਲਯੁਗ ਦੇ ਅਵਤਾਰ, ਆਪ ਪਰਮੇਸ਼ਰ ਸੰਸਾਰ ਨੂੰ ਤਾਰਨ ਆਉਣਗੇ ਤੇ ਤਾਰਦੇ ਜਦੋਂ ਉਹਨਾਂ ਦੇ ਤੈਨੂੰ ਦਰਸ਼ਨ ਹੋਣਗੇ ਨਾ, ਉਦੋਂ ਕਹਿੰਦੇ ਤੇਰਾ ਭਲਾ ਹੋਏਗਾ।
ਕਹਿੰਦੇ ਮੈਂ ਆਖਿਆ ਵੀ ਮੈਂ ਫਿਰ ਉਹਨਾਂ ਨੂੰ ਪਛਾਣਾਂਗਾ ਕਿਵੇਂ, ਮੈਨੂੰ ਪਛਾਣ ਕਿਵੇਂ ਹੋਏਗੀ ਵੀ ਇਹੀ ਗੁਰੂ ਨਾਨਕ ਹੈ। ਕਹਿੰਦੇ ਫਿਰ ਉਹਨਾਂ ਨੇ ਮੈਨੂੰ ਇੱਕ ਸੀਸਾ ਦਿੱਤਾ ਵੀ ਆਹ ਸੀਸਾ ਜਿਹੜਾ ਆਪਣੇ ਕੋਲ ਰੱਖਣਾ ਹੈ। ਜਦੋਂ ਕਹਿੰਦੇ ਤੂੰ ਇਸ ਸੀਸੇ ਦੇ ਵਿੱਚ ਕਿਸੇ ਵੀ ਬੰਦੇ ਦਾ ਮੂੰਹ ਵੇਖੇਗਾ, ਸ਼ਕਲ ਵੇਖੇਗਾ, ਤੈਨੂੰ ਆਮ ਬੰਦਾ ਹੀ ਦਿਸੇਗਾ। ਵਾਹਿਗੁਰੂ ਜਦੋਂ ਕਹਿੰਦੇ ਇਹ ਸੀਸੇ ਵਿੱਚ ਦੀ ਤੂੰ ਵੇਖੇਗਾ ਨਾ ਕਿਸੇ ਵੀ ਬੰਦੇ ਨੂੰ, ਤੇ ਉਸ ਬੰਦੇ ਦੇ ਸਿਰ ਤੇ ਤੈਨੂੰ ਸਿੰਘ ਨਜ਼ਰ ਆਉਣਗੇ, ਸਿੰਘ ਦਿਸਣਗੇ। ਤੇ ਜਦੋਂ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਸੀਸੇ ਵਿੱਚ ਦੀ ਦੇਖੇਗਾ, ਉਹ ਤੈਨੂੰ ਆਮ ਮਨੁੱਖ ਦਿਸਣਗੇ, ਉਹਨਾਂ ਦੇ ਸਿਰ ਤੇ ਸਿੰਘ ਨਹੀਂ ਦਿਸਣੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਫਿਰ ਕਹਿੰਦੇ ਤੈਨੂੰ ਆਮ ਮਨੁੱਖ ਦਿਸਣਗੇ। ਕਹਿੰਦੇ ਮਹਾਰਾਜ ਮੈਂ ਇਹ ਜੂਨੀ ਭੋਗਦਾ ਸੀ ਤੇ ਦਿਨ ਰਾਤ ਪੁਕਾਰਾਂ ਕਰਦਾ ਸੀ, ਗਰੀਬ ਨਵਾਜ ਮੈਨੂੰ ਦਰਸ਼ਨ ਦੇ ਦਿਓ, ਮੇਰਾ ਭਲਾ ਕਰ ਦਿਓ। ਜਦੋਂ ਕੋਈ ਇੱਥੇ ਆਉਂਦਾ ਮੈਂ ਆ ਸੀਸੇ ਵਿੱਚ ਦੀ ਦੇਖਦਾ, ਜਦੋਂ ਮੈਨੂੰ ਸਿੰਘ ਦਿਖਦੇ ਮੈਂ ਭੁੰਨ ਕੇ ਖਾ ਜਾਂਦਾ ਵੀ ਇਹ ਤੇ ਆਮ ਬੰਦਾ ਹੀ ਹੈ। ਅੱਜ ਮਹਾਰਾਜ ਤੁਹਾਡੇ ਦਰਸ਼ਨ ਹੋਏ, ਜੋ ਮੇਰੇ ਗੁਰੂ ਨੇ ਮੈਨੂੰ ਦੱਸਿਆ ਸੀ ਤੁਹਾਡੇ ਬਾਰੇ ਉਹ ਤਿੰਨ ਕਾਲ ਸੱਚ ਹੈ। ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆ। ਮਹਾਰਾਜ ਹੁਣ ਕਿਰਪਾ ਕਰੋ, ਆਪਣੇ ਚਰਨਾਂ ਨਾਲ ਜੋੜੋ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਅੱਜ ਤੋਂ ਬੁਰੇ ਕੰਮ ਕਰਨੇ ਛੱਡ ਦੇ, ਅੱਜ ਤੋਂ ਬੰਦੇ ਮਾਰ ਕੇ ਨਹੀਂ ਖਾਣੇ, ਧਰਮ ਦੀ ਕਿਰਤ ਕਰਨੀ ਹੈ, ਧਰਮ ਦੇ ਮਾਰਗ ਤੇ ਚੱਲਣਾ ਹੈ, ਸੱਚ ਦੀ ਨਾਮ ਦੀ ਕਮਾਈ ਕਰਨੀ ਹੈ, ਨਾਮ ਦਾਨ ਦੀ ਬਖਸ਼ਿਸ਼ ਕਰਕੇ, ਕੌਡੇ ਰਾਖਸ਼ ਦਾ ਭਲਾ ਕਰਕੇ। ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਫਿਰ ਜਗਤ ਜਲੰਦੇ ਨੂੰ ਤਾਰਨ ਵਾਸਤੇ ਅੱਗੇ ਚਲੇ ਗਏ। ਮੇਰੇ ਸਤਿਗੁਰ ਨੇ ਮਨ ਮੋਹਿਆ, ਨੈਣੀ ਵਸ ਵਸ ਤਾਰੇ ਗਿਨੇ ਜਾਤ ਹੈ ਨਾ, ਤਾਰੇ ਗਿਨੇ ਜਾਤ ਇੱਕ ਨਹੀਂ ਅਨੇਕਾਂ ਤਾਰੇ, ਕਿੰਨਿਆਂ ਦਾ ਭਲਾ ਕੀਤਾ ਗਿਣੇ ਨਹੀਂ ਜਾ ਸਕਦੇ। ਸਾਧ ਸੰਗਤ ਕੌਡੇ ਰਾਖਸ਼ ਨੂੰ ਤਾਰ ਕੇ ਕਿਤੇ ਕੌਡਾ ਰਾਖਸ਼ ਤੇ ਭਾਈ ਕੌਡਾ ਬਣ ਗਿਆ। ਜਿਹੜੇ ਫਿਰ ਉਹਦੇ ਕੋਲ ਦੀ ਕੀ ਲੰਘਣਾ ਡਰਦੇ ਨਹੀਂ ਸੀ ਜਾਂਦੇ, ਉਸ ਜੰਗਲ ਦੇ ਕੋਲ ਦੀ ਨਹੀਂ ਸੀ ਲੰਘਦੇ, ਫਿਰ ਉਹੀ ਮਾਣ ਤੇ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਬਾਬੇ ਨਾਨਕ ਦੀ ਸੰਗਤ ਹੋ ਗਈ, ਦਰਸ਼ਨ ਹੋ ਗਏ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਹੋਏ ਪ੍ਰਭ ਮੇਰਾ। ਮਨ ਨਿਰਮਲ ਹੋ ਗਿਆ, ਕਰਮ ਨਿਰਮਲ ਹੋ ਗਏ। ਭਾਗਾਂ ਵਾਲੇ ਆ, ਗੁਰੂ ਸਾਹਿਬ ਰਹਿਮਤ ਵਰਤਾ ਰਹੇ ਨੇ। ਸਤਿਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਭਾਗਾਂ ਭਰੀ ਰਹਿਣ ਸਵਾਈ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਮਾਲਕ ਦੇ ਗੁਣ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ। ਕਾਫੀ ਲੰਮੇ ਸਮੇਂ ਤੋਂ ਆਪ ਜੀ ਗੁਰੂ ਸਾਹਿਬ ਜੀ ਦੇ ਪ੍ਰੇਮ ਵਿੱਚ ਜੁੜ ਕੇ ਬੈਠੇ ਹਾਂ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀ ਹੋਈ ਹਾਜ਼ਰੀ ਲਾਉਣ। ਇਹ ਜ਼ਰੂਰ ਝੋਲੀ ਅੱਡ ਕੇ ਮੰਗਿਆ ਕਰੋ ਗਰੀਬ ਨਵਾਜ, ਬਸ ਤੁਹਾਡੇ ਦਰ ਦੇ ਗੋਲੇ ਬਣ ਕੇ ਰਹੀਏ, ਤੁਹਾਡੇ ਦਰ ਦੀ ਸੰਗਤ ਵਿੱਚ ਰਹੀਏ, ਤੇਰੇ ਘਰ ਦੀ ਮਰਜ਼ਾਦਾ ਵਿੱਚ ਰਹੀਏ। ਕਦੇ ਵੀ ਗਰੀਬ ਨਵਾਜ ਜੀਵਨ ਦੇ ਵਿੱਚ ਇਹੋ ਜੀ ਘੜੀ ਨਾ ਆਵੇ ਜਦੋਂ ਅਸੀਂ ਤੇਰੇ ਵਿਛੜੇ ਮੈਂ ਮਰ ਜਾਵਾਂ, ਨਾ ਵਿਛੋੜ ਮਾਲਕ ਦਾਤਾ ਮੇਰਾ ਨਾ ਕਸੂਰ, ਮੇਰੇ ਪਾਪ ਕਰ ਦਿਓ ਦਿਓ। ਇਹ ਮੰਗਿਆ ਕਰੋ, ਦਾਤਾ ਮੇਰਾ ਨਾ ਕਸੂਰ, ਮੇਰੇ ਪਾਪ ਕਰ ਦਿਓ ਦੂਰ। ਬਸ ਇਹੋ ਅਰਜ ਹਜੂਰ, ਹੱਥ ਜੋੜ ਮਾਲਕਾ, ਤੇਰੇ ਵਿਛੜੇ ਮੈਂ ਮਰ ਜਾਵਾਂ, ਨਾ ਵਿਛੋੜ ਮਾਲਕਾ। ਕਦੇ ਮਹਾਰਾਜ ਆਪਣੇ ਚਰਨਾਂ ਤੋਂ, ਆਪਣੇ ਦਰ ਤੋਂ, ਆਪਣੇ ਘਰ ਤੋਂ ਦੂਰ ਨਾ ਕਰੀ। ਜੈ ਦਰ ਆਵਤ ਜਾਤ ਹੋ, ਹਟ ਕੇ ਨਾਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ। ਆਓ ਆ ਧਾਰਨਾ ਪੜੀਏ, ਫਿਰ ਆਪਾਂ ਗੁਰੂ ਨਾਨਕ ਸਾਹਿਬ ਜੀਆਂ ਦੀ ਜੈ ਜੈਕਾਰ ਕਰਦੇ ਹੋਏ ਫੁੱਲਾਂ ਦੀ ਵਰਖਾ ਕਰਾਂਗੇ। ਉਸ ਤੋਂ ਬਾਅਦ ਫਿਰ ਆਨੰਦ ਸਾਹਿਬ ਦੀ ਪੌੜੀ ਪੜਾਂਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਨਾਲ ਨਾਲ ਬੋਲਣ ਦਾ ਯਤਨ ਕਰਿਓ, ਕੋਈ ਵੀ ਰਸਨਾ ਵਾਂਝੀ ਨਾ।
ਸਤਿਗੁਰ ਗੁਰੂ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਜਾਂਦਾ। ਸਤਿਗੁਰ ਗੁਰੂ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਜਾਂਦਾ। ਗੁਰੂ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਜਾਂਦਾ। ਸਤਿਗੁਰ ਗੁਰੂ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਜਾਂਦਾ। ਸਤਿਗੁਰ ਗੁਰੂ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਜਾਂਦਾ। ਸਤਿਗੁਰ ਗੁਰੂ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਜਾਂਦਾ। ਕਿਸਮਤ ਤਾਂ ਸੌਂਦੀ ਜਾਂਦੀ ਸਤਿਗੁਰ ਜਗਾਈ ਜਾਂਦਾ। ਕਿਸਮਤ ਤਾਂ ਸੌਂਦੀ ਜਾਂਦੀ ਸਤਿਗੁਰ ਜਗਾਈ ਜਾਂਦਾ। ਕਿਸਮਤ ਸੌਂਦੀ ਜਾਂਦੀ ਸਤਿਗੁਰ ਜਗਾਈ ਜਾਂਦਾ। ਕਿਸਮਤ ਸੌਂਦੀ ਜਾਂਦੀ ਸਤਿਗੁਰ ਜਗਾਈ ਜਾਂਦਾ। ਕਿਸਮਤ ਤਾਂ ਸੌਂਦੀ ਜਾਂਦੀ ਸਤਿਗੁਰ ਜਗਾਈ ਜਾਂਦਾ। ਕਿਸਮਤ ਤਾਂ ਸੌਂਦੀ ਜਾਂਦੀ ਸਤਿਗੁਰ ਜਗਾਈ ਜਾਂਦਾ। ਸਤਿਗੁਰ ਗੁਰੂ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਜਾਂਦਾ। ਸਤਿਗੁਰ ਗੁਰੂ ਨਾਨਕ ਪਿਆਰਾ ਰਹਿਮਤ ਵਰਤਾਈ ਜਾਂਦਾ। ਗੁਰੂ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਜਾਂਦਾ। ਸਤਿਗੁਰ ਗੁਰੂ ਨਾਨਕ ਪਿਆਰਾ ਰਹਿਮਤ ਵਰਤਾਈ ਜਾਂਦਾ। ਸਤਿਗੁਰ ਗੁਰੂ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਜਾਂਦਾ। ਸਤਿਗੁਰ ਗੁਰੂ ਨਾਨਕ ਪਿਆਰਾ ਬਖਸ਼ਿਸ਼ ਵਰਤਾਈ ਜਾਂਦਾ। ਦੁਨੀਆ ਤਾਂ ਭੁੱਲਦੀ ਜਾਂਦੀ ਸਤਿਗੁਰ ਦਾ ਪਾਈ ਜਾਂਦਾ। ਦੁਨੀਆ ਤਾਂ ਭੁੱਲਦੀ ਜਾਂਦੀ ਸਤਿਗੁਰ ਦਾ ਪਾਈ ਜਾਂਦਾ। ਦੁਨੀਆ ਤਾਂ ਭੁੱਲਦੀ ਜਾਂਦੀ ਸਤਿਗੁਰ ਦਾ ਪਾਈ ਜਾਂਦਾ। ਦੁਨੀਆ ਤਾਂ ਭੁੱਲਦੀ ਜਾਂਦੀ ਸਤਿਗੁਰ ਦਾ ਪਾਈ। ਉਹ ਦੁਨੀਆ ਤਾਂ ਭੁੱਲਦੀ ਜਾਂਦੀ ਸਤਿਗੁਰ ਦਾ ਪਾਈ ਜਾਂਦਾ। ਦੁਨੀਆ ਤਾਂ ਭੁੱਲਦੀ ਜਾਂਦੀ ਸਤਿਗੁਰ ਦਾ ਪਾਈ ਜਾਂਦਾ। ਸਤਿਗੁਰ ਗੁਰੂ ਨਾਨਕ ਪਿਆਰਾ ਬਖਸ਼ਿਸ਼ ਵਰਤਾਈ 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 ਜਾਂਦਾ। ਭੂਲੇ ਮਾਰਗ ਜਿਨ ਹੈ ਬਤਾਇਆ। ਭੂਲੇ ਮਾਰਗ ਜਿਨ ਹੈ ਬਤਾਇਆ। ਭੂਲੇ ਮਾਰਗ ਜਿਨੇ ਬਤਾਇਆ। ਭੂਲੇ ਮਾਰਗ ਜਿਨੇ ਬਤਾਇਆ। ਭੂਲੇ ਮਾਰਗ ਜਿਨੇ ਬਤਾਇਆ। ਭੂਲੇ ਮਾਰਗ ਜਿਨੇ ਬਤਾਇਆ। ਐਸਾ ਗੁਰਵੰਡ ਭਾਗੀ ਪਾਇਆ। 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 ਬਖਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ। ਸਾਰੇ ਮੰਗਿਓ ਜਿਵੇਂ ਕੌਡੇ ਰਾਖਸ਼ ਨੇ ਆਖਿਆ
ਆਪਾਂ ਵੀ ਗੁਨਾਹਾਂ ਦੇ ਭਰੇ ਹੋਏ ਆ, ਔਗਣਾਂ ਦੇ ਭਰੇ ਹੋਏ ਆ। ਬਖਸ਼ੋ ਗੁਨਾਹ ਮੇਰੇ, ਆਇਆ ਮੈਂ ਸ਼ਰਨ ਤੇਰੀ, ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ। ਬਖਸ਼ੋ ਗੁਨਾਹ ਮੇਰੇ, ਆਇਆ ਮੈਂ ਸ਼ਰਨ ਤੇਰੀ, ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ। ਬਖਸ਼ੋ ਗੁਨਾਹ ਮੇਰੇ, ਆਇਆ ਮੈਂ ਸ਼ਰਨ ਤੇਰੀ, ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ। ਬਖਸ਼ੋ ਗੁਨਾਹ ਮੇਰੇ, ਆਇਆ ਮੈਂ ਸ਼ਰਨ ਤੇਰੀ, ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ। ਭਗਤੋ ਗਣਾ ਮੇਰੇ, ਆਇਆ ਮੈਂ ਸ਼ਰਨ ਤੇਰੀ, ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ। ਭਗਤੋ ਗਣਾ ਮੇਰੇ, ਆਇਆ ਮੈਂ ਸ਼ਰਨ ਤੇਰੀ, ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ। ਬਖਸ਼ੋ ਗੁਨਾਹ ਮੇਰੇ, ਆਇਆ ਮੈਂ ਸ਼ਰਨ ਤੇਰੀ, ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਮਹਾਰਾਜ ਗੁਣ ਤੇ ਇੱਕ ਵੀ ਨਹੀਂ, ਔਗੁਣਾਂ ਦੇ ਭਰੇ ਹੋਏ ਆ। ਪਰ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਮਹਾਰਾਜ ਆਪਣੇ ਖਜ਼ਾਨਿਆਂ ਵਿੱਚੋਂ ਗੁਣਾਂ ਦੀ ਦਾਤ ਬਖਸ਼ਿਸ਼ ਕਰੋ, ਭਾਵਨਾ ਦੀ ਦਾਤ ਬਖਸ਼ਿਸ਼ ਕਰੋ। ਸੋ ਆਓ ਸਾਰੀਆਂ ਸੰਗਤਾਂ ਨੂੰ, ਜਿੱਥੇ ਗੁਰੂ ਨਾਨਕ ਸਾਹਿਬ ਜੀਆਂ ਦੇ 551ਵੇਂ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਨੇ। ਮਹਾਂਪੁਰਖਾਂ ਨੂੰ ਲੱਖ ਲੱਖ ਵਧਾਈਆਂ, ਗੁਰੂ ਸਾਹਿਬ ਜੀਆਂ ਨੂੰ ਲੱਖ ਲੱਖ ਵਧਾਈਆਂ। ਉੱਥੇ ਸਤਿਗੁਰੂ ਜੀ ਦੀ ਜੈ ਜੈਕਾਰ ਕਰਦੇ ਹੋਏ ਹੁਣ ਫੁੱਲਾਂ ਦੀ ਵਰਖਾ ਹੋਏਗੀ, ਜੈ ਜੈਕਾਰ ਹੋਏਗੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਮਰਜ਼ਾਦਾ ਵਿੱਚ ਰਹਿਣਾ, ਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਬਰਕਰਾਰ ਰੱਖਣਾ। ਤੋ ਇੱਕ ਦੂਜੇ ਦੇ ਉੱਪਰ ਦੀ ਹੋ ਕੇ ਇੱਕ ਦੂਜੇ ਨੂੰ ਧੱਕਾ ਨਹੀਂ ਮਾਰਨਾ ਹੈ। ਹੌਲੀ ਹੌਲੀ ਆਰਾਮ ਦੇ ਨਾਲ, ਸਤਿਕਾਰ ਦੇ ਨਾਲ ਸਤਿਗੁਰੂ ਜੀ ਤੇ ਫੁੱਲਾਂ ਦੀ ਵਰਖਾ ਕਰਿਓ, ਨਾਲ ਜੈ ਜੈਕਾਰ ਕਰਦੇ ਹੋਏ ਫਿਰ ਆਪਾਂ ਸਮਾਪਤੀ ਵੱਲੀ ਚੱਲੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਪਿਆਰ ਨਾਲ ਪੜੋ ਜੀ। ਹੋ ਰਹੀ ਹੈ ਜੀ ਤੇਰੀ ਜੈ ਜੈਕਾਰ, ਹੋ ਰਹੀ ਹੈ ਤੇਰੀ ਜੈ ਜੈਕਾਰ, ਹੋ ਰਹੀ ਹੈ ਜੀ 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 ਤੇਰੀ ਜੈ ਜੈਕਾਰ। ਹਾਂ ਹੋ ਰਹੀ ਹੈ ਤੇਰੀ ਜੈ ਜੈਕਾਰ, ਹੋ ਰਹੀ ਹੈ ਤੇਰੀ ਜੈ ਜੈਕਾਰ, ਹੋ ਰਹੀ ਹੈ ਜੀ 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 ਤੇਰੀ ਜੈ ਜੈਕਾਰ। ਗੁਰੂ ਨਾਨਕ ਸਾਹਿਬ ਤੇਰੀ ਜੈ ਹੋ, ਗੁਰੂ ਨਾਨਕ ਸਾਹਿਬ